एक्शन। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਮਾਈਲ ਫੇਸ ਪ੍ਰੋਡਕਸ਼ਨ ਵੱਲੋਂ ਪ੍ਰੋਗਰਾਮ ਯਾਦਗਾਰੀ ਮੁਲਾਕਾਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸੋ ਹੁਣ ਤੱਕ ਆਪਣੇ ਕੋਲ ਬਹੁਤ ਸਾਰੇ ਇੱਦਾਂ ਦੇ ਕਲਾਕਾਰ ਆਏ, ਤੁਹਾਡੇ ਨਾਲ ਇੰਟਰੋਡਿਊਸ ਕਰਵਾਇਆ, ਜਿੱਦਾਂ ਕਿ ਸਿੰਗਰਸ ਹੋ ਗਏ, ਮਿਊਜ਼ਿਕ ਡਾਇਰੈਕਟਰਸ ਹੋ ਗਏ, ਬਟ ਅੱਜ ਆਪਣੇ ਕੋਲ ਅਜਿਹੇ ਕਲਾਕਾਰ ਪਹੁੰਚੇ ਨੇ ਜਿਨ੍ਹਾਂ ਨੇ ਕਿ ਅਸਲ ਦੇ ਵਿੱਚ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਕਿਸੇ ਸ਼ਾਇਰ ਨੇ ਬਿਲਕੁਲ ਸਹੀ ਕਿਹਾ ਕਿ ਕੁੜਤਾ ਪਜਾਮਾ ਪਾ ਕੇ ਟੌਰ ਬਣਾਈ ਫਿਰਦਾ ਏ, ਕੁੰਡੀਆਂ ਮੁੱਛਾਂ ਗੱਭਰੂ ਮੁੱਛ ਚੜਾਈ ਫਿਰਦਾ ਏ, ਜਦ ਮਾਰੇ ਲਲਕਾਰਾ ਖਲਕਤ ਪਾਣੀ ਭਰਦੀ ਹੈ, ਜਦ ਤੁਰਦਾ ਮੜਕ ਦੇ ਨਾਲ ਤੇ ਜੁੱਤੀ ਚੂੰ ਚੂੰ ਕਰਦੀ ਹੈ, ਤੇ ਜੁੱਤੀ ਚੂੰ ਚੂੰ ਕਰਦੀ ਹੈ। ਜੀ ਹਾਂ, ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਸ ਟੀਮ ਦੇ ਨਾਲ ਜਿਸ ਨੇ ਕਿ ਸੱਭਿਆਚਾਰ ਨੂੰ ਅਸਲ ਦੇ ਵਿੱਚ ਸੰਭਾਲ ਕੇ ਰੱਖਿਆ ਹੋਇਆ। ਸੋ ਆਓ ਫਿਰ ਮਿਲਾਉਂਦੇ ਹਾਂ ਤੁਹਾਨੂੰ ਮਟਰੂ ਬਾਗਾ ਪੁਰਾਣਾ ਤੇ ਉਸ ਦੀ ਟੀਮ ਦੇ ਨਾਲ। ਚਲੋ ਫਿਰ ਚੱਲੀਏ। ਸਵਾਗਤ ਕਰਦੇ ਹਾਂ ਮਟਰੂ ਜੀ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਸਾਡੇ ਇਸ ਪ੍ਰੋਗਰਾਮ ਯਾਦਗਾਰੀ ਮੁਲਾਕਾਤਾਂ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਯਾਦਗਾਰੀ ਮੁਲਾਕਾਤ ਦੇਖਦੇ ਸਾਰੇ ਸਰੋਤਿਆਂ ਨੂੰ, ਸਾਰੀ ਟੀਮ ਨੱਚਦੀ ਜਵਾਨੀ ਵਾਲੇ ਜ਼ਿਲ੍ਹਾ ਮੋਗਾ ਤੇ ਬਾਘਾ ਪੁਰਾਣਾ ਵੱਲੋਂ ਅਸੀਂ ਜੀ ਆਇਆਂ ਨੂੰ ਆਖਦੇ ਹਾਂ। ਸੋ ਮਟਰੂ ਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਤੁਹਾਨੂੰ ਇਹ ਹੈ ਕਿ ਤੁਹਾਡਾ ਨਾਮ ਮਟਰੂ ਇਹ ਤੁਹਾਡਾ ਰੀਅਲ ਨੇਮ ਹੈ ਜਾਂ ਫਿਰ ਤੁਸੀਂ ਸੱਭਿਆਚਾਰ ਲਾਈਨ ਦੇ ਵਿੱਚ ਆ ਕੇ ਰੱਖਿਆ? ਨਹੀਂ, ਰੀਅਲ ਤਾਂ ਨੇਮ ਮੇਰਾ ਮਨਜੀਤ ਸਿੰਘ ਆ। ਸਕੂਲ ਦਾ ਨੇਮ ਹੈ ਮੇਰਾ ਮਨਜੀਤ ਸਿੰਘ ਆ। ਵੈਸੇ ਮੈਨੂੰ ਸਾਰੇ ਜਿੱਦਾਂ ਕਿ ਮੇਰੇ ਜੋ ਕਸਟਮਰ ਆ, ਜੋ ਵੀ ਮੇਰੇ ਗ੍ਰਾਹਕ ਨੇ, ਉਹ ਮੈਨੂੰ ਸਾਰੇ ਮਟਰੂ ਦੇ ਨਾਮ ਨਾਲ ਵਧੀਆ ਤਰ੍ਹਾਂ ਜਾਣਦੇ ਨੇ। ਓਕੇ, ਸੋ ਮਤਲਬ ਤੁਹਾਡਾ ਜਿੱਦਾਂ ਆਪਾਂ ਕਹਿ ਦਈਏ ਕੱਚਾ ਨਾਮ ਤੁਹਾਡਾ ਮਟਰੂ ਹੈ? ਹਾਂਜੀ। ਓਕੇ, ਬਚਪਨ ਤੋਂ ਹੀ ਤੁਹਾਡਾ ਨਾਮ ਮਟਰੂ ਸੀ? ਹਾਂਜੀ, ਬਚਪਨ। ਠੀਕ ਹੈ ਜੀ। ਤਾਂ ਫਿਰ ਤੁਸੀਂ ਆਪਣੀ ਫੈਮਿਲੀ ਬਾਰੇ ਕੁਝ ਦੱਸੋ। ਹਾਂਜੀ, ਇੱਦਾਂ ਤਾਂ ਅਸੀਂ ਸਾਡੀ ਫੈਮਿਲੀ 'ਚ 19 ਮੈਂਬਰ ਨੇ। ਅਸੀਂ ਸਾਰੇ ਜੁਆਇੰਟ ਰਹਿੰਦੇ ਹਾਂ ਘਰੇ। ਵੈਸੇ ਮੇਰੀ ਫੈਮਿਲੀ 'ਚ ਮੇਰੇ 2 ਛੋਟੇ ਸਿਸਟਰ ਨੇ, ਇੱਕ ਵੱਡੇ ਬ੍ਰੋ ਦੀ ਮੈਰਿਜ ਹੋਈ, ਇੱਕ ਛੋਟੀ ਜੀ ਭਤੀਜੀ ਮੇਰੀ ਤੇ ਮੰਮੀ ਡੈਡੀ ਤੇ ਇੱਕ ਮੈਂ। ਓਕੇ, ਸੋ ਤੁਸੀਂ ਪੜ੍ਹਾਈ ਕਿੰਨੀ ਕੀਤੀ ਹੈ? ਮੈਂ BA ਸੈਕੰਡ ਈਅਰ ਵਿੱਚ ਹਟ ਗਿਆ ਸੀਗਾ, ਬਰਜਿੰਦਰਾ ਕਾਲਜ ਤੋਂ ਕੀਤੀ ਹੈ ਮੈਂ। ਕੁਝ ਕੁ ਘਰ ਦੇ ਹਾਲਾਤ ਤੁਹਾਨੂੰ ਪਤਾ ਹੀ ਹੈ ਜੀ। ਹਾਂਜੀ। ਅੱਜ ਕੱਲ੍ਹ ਜੋ ਵੀ ਪਹਿਲਾਂ ਉਦੋਂ ਦਾ ਹਾਲਾਤ ਚੰਗੇ ਨਹੀਂ ਸੀ, ਕਿਉਂਕਿ ਬੱਸ ਦਾ ਕਿਰਾਇਆ ਲੱਗਦਾ ਸੀ 100-150 ਰੁਪਏ ਤੋਂ ਜਾਣ ਤੇ ਖਾਣ ਪੀਣ ਦਾ ਖਰਚਾ, ਫਿਰ ਆਹ ਕੰਮ ਹੀ ਮੈਂ ਪੈ ਗਿਆ। ਸੋ ਤੁਸੀਂ ਜਿੱਦਾਂ ਤੁਸੀਂ ਦੱਸਿਆ ਕਿ BA ਕੀਤੀ ਹੈ ਤੁਸੀਂ, ਤਾਂ ਫਿਰ ਤੁਸੀਂ ਉਸ ਲਾਈਨ ਦੇ ਵਿੱਚ ਮਤਲਬ ਸਟੱਡੀ ਦੇ ਨਾਲ ਕੋਈ ਜੌਬ ਕਿਉਂ ਨਹੀਂ ਕੀਤੀ? ਤੁਸੀਂ ਇਸ ਲਾਈਨ ਨੂੰ ਕਿਉਂ ਚੁਣਿਆ? ਨਹੀਂ, ਜੋਬ ਮੈਂ ਭਰਤੀਆਂ ਵਗੈਰਾ ਵੇਖੀਆਂ ਪੰਜਾਬ ਪੁਲਿਸ ਦੀ, ਤਾਂ ਚਲੋ ਕਿਸਮਤ ਦੀ ਗੱਲ ਹੁੰਦੀ ਆ, ਪਰ ਇਹ ਕੰਮ ਚਲੋ ਸੇਵਾ ਵੀ ਇੱਕ ਤਾਂ ਕਲਚਰ ਨਾਲ ਜੁੜਿਆ, ਇੱਕ ਚੰਗਾ ਕਾਰੋਬਾਰ ਵੀ ਹੈ, ਚੰਗੇ ਮੁੰਡੇ ਨਾਲ ਜੁੜਿਆ, ਕਈ ਘਰਾਂ ਨੂੰ ਰੋਟੀ ਮਿਲਦੀ ਆ। ਇਸ ਤੋਂ ਇਲਾਵਾ ਮੇਰੇ ਲਈ ਤਾਂ ਹੋਰ ਕੋਈ ਚੀਜ਼ ਨਹੀਂ ਹੋ ਸਕਦੀ। ਬਿਲਕੁਲ ਸਹੀ ਕਿਹਾ ਜੀ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਮਤਲਬ ਤੁਸੀਂ ਸੱਭਿਆਚਾਰ ਨੂੰ ਇੰਨਾ ਸੰਭਾਲ ਕੇ ਰੱਖਿਆ ਹੋਇਆ, ਤੁਹਾਡਾ ਪਹਿਰਾਵਾ ਦੇਖ ਕੇ ਪਤਾ ਚੱਲਦਾ ਹੈ। ਸੋ ਤੁਸੀਂ ਆਪਣੀ ਟੀਮ ਬਾਰੇ ਕੁਝ ਦੱਸੋ। ਮੇਰੀ ਟੀਮ ਨਾਲ ਜੀ 16 ਮੈਂਬਰ ਕੰਮ ਕਰਦੇ ਨੇ। ਜਿੱਦਾਂ ਕਿ ਆਪਾਂ ਕਹਿੰਦੇ 16 ਘਰ ਚੱਲਦੇ ਨੇ, ਤਾਂ ਅਸੀਂ ਤਾਂ ਇਹੀ ਕਹਿ ਸਕਦੇ ਵਾਹਿਗੁਰੂ ਅੱਗੇ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਰੱਖੇ। ਜੋ ਵੀ ਮੈਂਬਰ ਨੇ, ਹਜੇ ਤਾਂ ਅੱਧੇ ਹੀ ਨੇ, ਚਲੋ ਲਾਕਡਾਊਨ ਚੱਲ ਰਿਹਾ, ਕੋਈ ਮੁੰਡੇ ਪਿੰਡਾਂ ਦੇ, ਕੋਈ ਸ਼ਹਿਰਾਂ ਦੇ, ਜਿੱਦਾਂ ਕਿ ਸਾਡੇ ਉਸਤਾਦ ਜੀ ਨਰੇਸ਼ ਕੁਮਾਰ ਜੀ, ਉਹ ਜਲੰਧਰ ਤੋਂ ਨੇ, ਅਲਗੋਜਾ ਵਾਦਕ ਨੇ, ਉਹ ਪਲੇ ਕਰਦੇ ਨੇ, ਤਾਂ ਬਾਬਾ ਨਰੈਣ ਦਾਸ ਜੀ ਉਹ ਕਪੂਰਥਲੇ ਤੋਂ ਨੇ। ਇੱਦਾਂ ਕਈ ਫਨਕਾਰ ਲੋਕ ਸਾਡੇ ਨਾਲ ਜੁੜੇ ਨੇ, ਤਾਂ ਬਾਕੀ ਇਹ ਮੈਂਬਰ ਤੁਹਾਡੇ ਸਾਹਮਣੇ ਬੈਠੇ ਨੇ। ਅੱਛਾ, ਸੋ ਮਤਲਬ ਤੁਸੀਂ ਪਹਿਲਾਂ ਟ੍ਰੇਨਿੰਗ ਲਈ ਸੀ? ਹਾਂਜੀ, ਸਕੂਲ ਟਾਈਮ ਮੈਮ। ਅੱਛਾ, ਤੁਸੀਂ ਮਤਲਬ ਸਕੂਲ ਕਾਲਜ ਦੇ ਵਿੱਚ ਵੀ ਪਰਫਾਰਮ ਕਰਦੇ ਰਹੇ? ਮੈਂ DAV ਕਾਲਜ ਤੋਂ ਕੀਤਾ, ਬਰਜਿੰਦਰਾ ਕਾਲਜ ਵੱਲੋਂ ਕੀਤਾ। ਹਾਂਜੀ, DAV ਕਾਲਜ ਮੈਂ ਬਾਈ ਜਗੀਰ ਦੀ ਬਦੌਲਤ ਜੀ ਉੱਥੇ ਗਿਆ ਸੀਗਾ, ਤਾਂ ਮੇਰੀ ਐਡਮਿਸ਼ਨ ਸੀ ਉਹ ਕਾਲਜ ਵਿੱਚ। ਮੈਂ ਬਾਈ ਜਗੀਰ ਦੀ ਬਦੌਲਤ ਉੱਥੇ ਭੰਗੜਾ ਪਾਇਆ ਸੀਗਾ, ਤਾਂ ਫੋਕ ਆਰਕੈਸਟਰਾ ਦੇ ਵਿੱਚ ਮੈਂ ਪਾਰਟੀਸਪੇਟ ਕੀਤਾ ਸੀ। ਓਕੇ, ਸੋ ਮਟਰੂ ਜੀ ਤੁਹਾਨੂੰ ਇਸ ਲਾਈਨ ਦੇ ਵਿੱਚ ਆਇਆ ਨੂੰ ਕਿੰਨਾ ਟਾਈਮ ਹੋ ਗਿਆ? ਮੈਂ 2008 ਦੇ ਵਿੱਚ ਇਹ ਲਾਈਨ ਦੇ ਵਿੱਚ ਜੁੜਿਆ। 2008 ਦੇ ਵਿੱਚ ਮਲਵਈ ਗਿੱਧੇ ਦੇ ਨਾਲ ਜੁੜਨ ਦਾ ਮੇਰਾ ਇੱਕ ਮੇਨ ਮਕਸਦ ਸੀਗਾ। ਮੈਡਮ ਸਾਡੇ ਸਰਕਾਰੀ ਬॉयਜ਼ ਸਕੂਲ ਬਾਘਾ ਪੁਰਾਣਾ ਜਗਜੀਤ ਕੌਰ ਮੈਡਮ, ਜਿਨ੍ਹਾਂ ਨੇ ਸਾਨੂੰ ਇਸ ਗਿੱਧੇ ਬਾਰੇ ਪਹਿਚਾਣ ਕਰਾਈ। ਕਿਉਂਕਿ ਚਲੋ ਗਰੁੱਪ ਤਾਂ ਜੋ ਟੀਮਾਂ ਉਹ ਪਹਿਲਾਂ ਵੀ ਸਕੂਲਾਂ 'ਚ ਹੁੰਦੀਆਂ, ਪਰ ਸਾਡੇ ਸਕੂਲ ਵਿੱਚ ਉਦੋਂ ਮਲਵਈ ਗਿੱਧਾ ਹੈ ਨਹੀਂ ਸੀਗਾ, ਕਿਉਂਕਿ ਸਾਡੇ ਲੰਗਿਆਣ ਤੋਂ ਕਪਤਾਨ ਸਿੰਘ ਜੀ ਸਾਡੇ ਵੱਡੇ ਟੀਚਰ ਨੇ, ਤੇ ਉਹਨਾਂ ਦੀ ਬਦੌਲਤ ਵੀ ਅਸੀਂ ਇਹ ਕੰਮ ਦੇ ਵਿੱਚ ਜੁੜੇ ਹੋਏ ਹਾਂ, ਜਿਸ ਕਾਰਨ ਅਸੀਂ ਵਧੀਆ ਰੁਪਏ ਬਣਾ ਰਹੇ ਹਾਂ। ਅੱਛਾ, ਸੋ ਮਟਰੂ ਜੀ ਤੁਸੀਂ ਆਪਣੀ ਟੀਮ ਦੇ ਨਾਲ ਵੀ ਸਾਨੂੰ ਇੰਟਰੋਡਿਊਸ ਕਰਵਾਓ। ਹਾਂਜੀ, ਮੇਰਾ ਨਾਮ ਲਾਡੀ ਹੈ ਜੀ, ਤੇ ਪਿੰਡ ਮੇਰਾ ਲਧਾਈ ਕਿਹਾ, ਮੈਨੂੰ ਸਰਪੰਚ ਦੇ ਨਾਮ ਨਾਲ ਜਾਣਦੇ ਸਾਰੇ। ਮੇਰਾ ਨਾਮ ਗੌਰਵਪ੍ਰੀਤ ਸਿੰਘ ਹੈ ਤੇ ਮੈਂ ਕੋਟਲਾ ਮੇਰ ਸਿੰਘ ਵਾਲ ਦਾ ਰਹਿਣ ਵਾਲਾ ਹਾਂ। ਮੈਂ ਅਰਜਨ ਸਿੰਘ ਬਾਘਾ ਪੁਰਾਣਾ ਜੀ। ਮੇਰਾ ਨਾਮ ਮਨਪ੍ਰੀਤ ਸਿੰਘ ਜੀ, ਮੈਂ ਪਿੰਡ ਤਲਵੰਡੀ ਭਗੇਰਿਆਂ ਦਾ ਰਹਿਣ ਵਾਲਾ ਹਾਂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਇੰਦਰਜੀਤ ਸਿੰਘ ਬਾਘਾ ਪੁਰਾਣਾ ਜੀ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਚੈਨ ਸਿੰਘ, ਮੈਨੂੰ ਗਿੱਧੇ ਦੇ ਵਿੱਚ ਚੈਨੇ ਦੇ ਨਾਮ ਜਾਣਦੇ। ਮੈਂ ਮਨਦੀਪ ਸਿੰਘ ਜੀ, ਬਾਘਾ ਪੁਰਾਣਾ। ਮੇਰਾ ਸ਼ੈਂਬਰ ਆ ਜੀ, ਤੇ ਮੈਂ ਕੋਟਲਾ ਮੇਰ ਸਿੰਘ ਵਾਲਾ। ਮੈਂ ਮਣੀ, ਪਿੰਡ ਬਾਘਾ ਪੁਰਾਣਾ। ਸੋ ਮਟਰੂ ਜੀ ਤੁਹਾਡੀ ਸਾਰੀ ਟੀਮ ਹੈ ਜੋ ਅਲੱਗ-ਅਲੱਗ ਪਿੰਡਾਂ ਤੋਂ, ਸੋ ਤੁਸੀਂ ਸਾਰੇ ਫਸਟ ਟਾਈਮ ਇਕੱਠੇ ਕਿੱਦਾਂ ਹੋਏ ਸੀਗੇ ਤੇ ਕਿੱਦਾਂ ਤੁਸੀਂ ਰਿਹਰਸਲ ਕਰਦੇ ਹੋ? ਸਾਰੇ ਜਿਵੇਂ ਅਲੱਗ-ਅਲੱਗ ਪਿੰਡਾਂ ਤੋਂ ਕਿੱਦਾਂ ਇਕੱਠੇ ਹੁੰਦੇ ਹੋ? ਮੈਮ ਜਿੱਦਾਂ ਟੀਮ ਦੀ ਗੱਲ ਕਰੀਏ ਤਾਂ ਤੁਹਾਨੂੰ ਪਤਾ ਇੱਕ ਪਿੰਡ ਦੀ ਤਾਂ ਕਦੇ ਵੀ ਟੀਮ ਨਹੀਂ ਹੁੰਦੀ। ਕੋਈ ਵੀ ਆਪਾਂ ਕੰਮ ਕਰੀ ਉਹਦੇ ਵਿੱਚ ਵੱਖਰੀ ਥਾਵਾਂ ਤੋਂ ਲੋਕ ਜੁੜ ਜਾਂਦੇ ਨੇ। ਜਿੱਦਾਂ ਕਿ ਹੁਣ ਇਹਨਾਂ ਨੇ ਦੱਸਿਆ
ਲਧਾਈ ਕੇ ਪਿੰਡ ਆ, ਕੋਈ ਬਾਗੇ ਪਿੰਡ ਦਾ, ਉਹ ਮੁੰਡਾ ਜੀ ਮੋਗੇ ਤੋਂ ਆ, ਇਦਾਂ ਨਾਲ ਜੁੜ ਜਾਂਦੇ। ਇਹ ਬਾਈ ਜੀ ਮੇਰੇ ਕਲਾਸਮੇਟ ਸੀਗੇ, ਇਹ ਵੀ ਮੇਰੇ ਕਲਾਸਮੇਟ ਸੀ। ਇਹ ਉਦੋਂ ਮੇਰੇ ਨਾਲ ਜੂਨੀਅਰ ਆ, ਉਦੋਂ ਮੇਰੇ ਤੋਂ ਸਿੱਖਦੇ ਹੁੰਦੇ ਸੀਗੇ। ਤੇ ਜਿੱਦਾਂ ਉਹ ਮੁੰਡਾ ਜੀ ਬਾਗੇ ਪਿੰਡ ਤੋਂ, ਉਹ ਵੀ ਕੋਟਲੇ ਤੋਂ ਆ। ਤਾਂ ਇਦਾਂ ਤਾਂ ਜਿੱਦਾਂ ਆਪਾਂ ਕਿਸੇ ਨੂੰ ਸਕੂਲ ਟਾਈਮ ਮਿਲਿਆ ਜੀ, ਜੋ ਮੈਨੂੰ ਲੱਗਿਆ ਕਿ ਇਹਨਾਂ ਦੇ ਘਰ ਦੇ ਹਾਲਾਤ ਠੀਕ ਨਹੀਂ, ਚਲੋ ਗਰੀਬੀ ਦਾ ਵਿੱਚ ਚੱਲ ਰਹੇ ਨੇ, ਮੈਂ ਇਹਨਾਂ ਕੋਲੇ ਜਾਣਾ। ਮੈਂ ਕਹਿੰਦਾ ਨਹੀਂ ਯਾਰ ਤੁਸੀਂ ਆਹ ਕੰਮ ਕਰੋ, ਤੁਹਾਨੂੰ 4 ਪੈਸੇ ਬਣੂ, ਤੁਹਾਡਾ ਘਰ-ਬਾਰ ਵਧੀਆ ਬਣੇਗਾ, ਠੀਕ ਹੈ। ਤਾਂ ਇਦਾਂ ਨਾਲ ਜੁੜਦੇ ਗਏ। ਓਕੇ, ਸੋ ਪਰਸਨਲੀ ਤੌਰ ਤੇ ਮਤਲਬ ਤੁਹਾਡੇ ਗੁਰੂ ਕੌਣ ਰਹੇ ਨੇ? ਮਤਲਬ ਤੁਸੀਂ ਸਕੂਲ ਤੋਂ ਜੋ ਜਿਨ੍ਹਾਂ ਤੋਂ ਸਿੱਖਦੇ ਸੀ ਉਹੀ ਹੁਣ ਤੱਕ ਤੁਹਾਡੇ ਗੁਰੂ ਰਹੇ ਨੇ, ਜਾਂ ਫਿਰ ਉਸ ਤੋਂ ਬਾਅਦ ਵੀ? ਹਾਂਜੀ, ਆਪਾਂ ਜੀ ਉਸਤਾਦ ਦੀ ਗੱਲ ਕਰਦੇ ਹਾਂ ਤਾਂ ਮੇਰੇ ਪਰਸਨਲੀ ਉਸਤਾਦ ਜਿੱਦਾਂ ਕਿ ਸਾਨੂੰ ਸਕੂਲ ਟਾਈਮ ਤੋਂ ਜਿਨ੍ਹਾਂ ਨੇ ਸਿੱਖਿਆ ਦਿੱਤੀ, ਤਾਂ ਉਹ ਮਾਸਟਰ ਕਪਤਾਨ ਜੀ ਪਿੰਡ ਲੰਗਿਆਣਾ ਤੋਂ ਜੀ, ਜੋ ਪ੍ਰੋਫੈਸਰ ਨੇ। ਤਾਂ ਜਿਨ੍ਹਾਂ ਨੇ ਮੈਨੂੰ ਇਹ ਕੰਮ 'ਚ ਪਹਿਲੀ ਵਾਰ ਲੈ ਕੇ ਗਏ, ਇਹ ਕੰਮ 'ਚ ਜਦੋਂ ਕਿ ਚਲੋ ਅਸੀਂ ਵਿਆਹਾਂ ਦਾ ਕੰਮ ਕਰਦੇ ਹਾਂ, ਵਿਆਹ ਸ਼ਾਦੀ ਦੇ ਪ੍ਰੋਗਰਾਮ ਲਗਾਉਂਦੇ ਹਾਂ ਨਾ, ਜਿੱਦਾਂ ਕੋਈ ਸਰਕਾਰੀ ਫੰਕਸ਼ਨ ਹੋ ਗਿਆ, ਜਿਨ੍ਹਾਂ ਨੇ ਮੈਨੂੰ ਇਹ ਕੰਮ 'ਚ ਪਹਿਲੀ ਦਿਨ ਲੈ ਕੇ ਗਏ ਨੇ, ਉਹ ਵੀ ਲੰਗਿਆਣੇ ਤੋਂ ਨੇ, ਦਲਜੀਤ ਸਿੰਘ। ਉਹ ਜੀ ਚਲੋ ਜਿੱਦਾਂ ਵੀ ਹੁੰਦੇ, ਕਿਸੇ ਨਾਲ ਮੇਲ ਮਿਲਾਪ ਹੁੰਦਾ, ਤਾਂ ਮੇਰੇ ਲਈ ਤਾਂ ਹੁਣ ਗੁਰੂ ਵੀ ਉਹ ਨੇ ਤੇ ਸਭ ਕੁਝ ਹੋਣੇ, ਜਿਹਨੇ ਮੈਨੂੰ ਕੰਮ 'ਚ ਇਹ 'ਚ ਪਾ ਦਿੱਤਾ। ਪਰ ਜਿਹੜੇ ਕਹਿ ਦਈਏ ਆਪਾਂ ਮੇਰੀ ਜ਼ਿੰਦਗੀ ਰਿਲੇਟਡ ਗੁਰੂ ਨੇ, ਉਹ ਸਰ ਕਪਤਾਨ ਸਿੰਘ ਨੇ, ਜਿਨ੍ਹਾਂ ਨੇ ਸਾਨੂੰ ਸਕੂਲ 'ਚ ਆ ਕੇ ਸਿਖਾਇਆ। ਸੋ ਜਿੱਦਾਂ ਤੁਸੀਂ ਮਟਰੂ ਜੀ ਪਹਿਲਾਂ ਦੱਸਿਆ ਕਿ ਤੁਸੀਂ 2008 ਦੇ ਵਿੱਚ ਇਸ ਲਾਈਨ ਦੇ ਵਿੱਚ ਆਏ ਹਾਂਜੀ, ਸੀਗੇ, ਤਾਂ ਉਸ ਤੋਂ ਪਹਿਲਾਂ ਤੁਸੀਂ ਕੀ ਕਰਦੇ ਸੀ? ਹਾਂਜੀ, ਉਸ ਤੋਂ ਪਹਿਲਾਂ ਚਲੋ ਕਹਿੰਦੇ ਹੁੰਦੇ ਕੰਮ ਨਾ ਹੋਵੇ ਤਾਂ ਫਿਰ ਟੱਕਰਾਂ ਤਾਂ ਮਾਰਨੀਆਂ ਪੈਂਦੀਆਂ। ਪਹਿਲਾਂ ਜੀ ਮੈਂ ਆਪਣੇ ਬਾਗੇ ਪੁਰਾਣੇ ਸ਼ਾਪ ਆ ਜੀ, ਬੁੱਕ ਸ਼ਾਪ ਆ ਗੇਂਦੇ ਦੀ ਹੱਟੀ। ਮੈਂ ਜੀ 2006 'ਚ ਉੱਥੇ ਲੱਗਿਆ ਸੀ। ਉਦੋਂ ਮੈਂ 5ਵੀਂ ਕਲਾਸ ਪਾਸ ਕੀਤੀ ਸੀ। ਉਦੋਂ ਮੇਰੀ 300 ਰੁਪਿਆ ਤਨਖਾਹ ਹੁੰਦੀ ਸੀ ਉਹ ਦੁਕਾਨ ਤੇ। ਤਾਂ ਮੈਂ 2006 ਤੋਂ ਲੈ ਕੇ 2014 ਤੱਕ ਜੀ, ਜਦੋਂ ਮੈਂ BA ਕਰਦਾ ਸੀ, ਤਾਂ ਮੈਂ ਉਸ ਦੁਕਾਨ ਤੇ ਪਾਰਟ ਟਾਈਮ ਕੰਮ ਕੀਤਾ। ਤਾਂ ਪਰ ਮੈਂ ਉਸ ਤੋਂ ਪਹਿਲਾਂ ਉਹਦੇ ਨਾਲ ਜਾਗਰਣ ਵੀ ਕਰਦਾ ਸੀ, ਉਹਦੇ ਵਿੱਚ ਜੋ ਝਲਕੀਆਂ ਦਾ ਰੂਪ ਧਾਰਨ ਕਰਕੇ ਜੋ ਸਟੰਟ ਕਰਦੇ ਆ, ਮਤਲਬ ਕਿ ਕਹਿ ਦਈਏ ਗੋਲੇ ਕੱਢਣੇ ਮੂੰਹ 'ਚੋਂ ਅੱਗ ਦੇ, ਇੱਦਾਂ ਉਹ ਕੰਮ ਵੀ ਕੀਤਾ। ਪਰ ਮੈਂ ਇਹਦੇ ਨਾਲ ਇਹ ਕੰਮ ਵੀ ਕਰਦਾ ਸੀ। ਦੇਖੋ ਮੈਂ ਰਾਤ ਨੂੰ ਜਾਗਰਣ ਲਾ ਕੇ ਤਾਂ ਦਿਨੇ ਮੈਂ ਆਪਦੇ ਕੰਮ ਤੇ ਵੀ ਜਾਂਦਾ ਸੀ। ਮਤਲਬ ਕਿ ਕਠਿਨਾਈਆਂ ਦਾ ਦੌਰ ਸੀ, ਤਾਂ ਅੱਜ ਇੱਥੋਂ ਤੱਕ ਪਹੁੰਚ ਗਿਆ। ਬਿਲਕੁਲ ਸਹੀ ਕਿਹਾ। ਸੋ ਇਹਨੂੰ ਅਸਲੀ ਸਟਰਗਲ ਕਹਿੰਦੇ ਨੇ, ਜਿਹੜਾ ਤੁਸੀਂ 5ਵੀਂ ਕਲਾਸ ਤੋਂ ਲੈ ਕੇ ਹੀ ਸਟਰਗਲ ਕਰਦੇ ਆ ਰਹੇ ਹੋ। ਸੋ ਬਹੁਤ ਵਧੀਆ ਗੱਲ ਹੈ ਜੀ, ਇਹ ਸੱਭਿਆਚਾਰ ਨੂੰ ਅੱਗੇ ਲੈ ਕੇ ਆ ਰਹੇ ਨੇ, ਤੇ ਤੁਸੀਂ ਵੀ ਸਾਰੇ ਇਹਨਾਂ ਨੂੰ ਸਪੋਰਟ ਕਰੋ। ਸੋ ਮਟਰੂ ਜੀ, ਅਸੀਂ ਇੱਥੇ ਆਉਣ ਤੋਂ ਪਹਿਲਾਂ ਤੁਹਾਡੇ ਬਾਰੇ ਕੁਝ ਡਿਟੇਲਸ ਵੀ ਦੇਖੀਆਂ ਸੀ ਕਿ ਇੱਕ ਦਿਨ ਦੇ ਵਿੱਚ ਤੁਹਾਡੇ ਕਈ ਵਾਰ 2-2 3-3 ਪ੍ਰੋਗਰਾਮਸ ਵੀ ਹੁੰਦੇ ਆ। ਸੋ ਕਿੱਥੋਂ ਕਿਹੜੇ ਏਰੀਆ ਤੱਕ ਤੁਸੀਂ ਪ੍ਰੋਗਰਾਮਸ ਲਾਏ ਆ? ਮੈਮ ਪ੍ਰੋਗਰਾਮ ਦੀ ਗੱਲ ਕਰੀ ਤਾਂ ਆਪਾਂ ਜੀ ਕਹਿ ਦਈਏ ਸਾਰੇ ਇੰਡੀਆ ਦੇ ਵਿੱਚ ਫੰਕਸ਼ਨ ਲਾ ਚੁੱਕੇ ਆ। ਜਿੱਦਾਂ ਕਿ ਮੇਰਾ ਵੀਰ ਭੱਟੀ ਕੰਗਣਾ ਜੀ, ਉਹਦੇ ਨਾਲ ਅਸੀਂ ਸ਼ੋਅ ਕੀਤਾ ਸੀ ਗੋਆ ਜੀ। ਉਦੋਂ ਹੁਣ ਮੇਰਾ ਵੀਰ ਵੱਡਾ ਅਰਸ਼ ਪਿੰਡ ਨਾਥੇ ਵਾਲੇ ਤੋਂ, ਉਹ ਵੀ ਮੁੰਡਾ ਹੁਣ ਜੀ ਕੈਨੇਡਾ ਦੇ ਵਿੱਚ ਚਲੋ ਆਪਦਾ ਕੰਮ ਕਰ ਰਿਹਾ, ਜਿੱਦਾਂ ਮਰਜ਼ੀ ਹੈ ਨਾ। ਤਾਂ ਅਸੀਂ ਕਾਫੀ ਮੁੰਡੇ ਸੀ। ਮੇਰਾ ਇੱਕ ਛੋਟਾ ਭਰਾ ਚਰਨੀ ਤੇ ਗੁਰਸੇਵਕ, ਜਿਹਨੂੰ ਗੁੱਜਰ ਦੇ ਨਾਲ ਜਾਣਦੇ, ਅਸੀਂ 3-4 ਮੁੰਡੇ ਸੀ। ਅਸੀਂ ਗੋਆ ਦੀ ਧਰਤੀ ਤੇ ਜੋ ਕਹਿੰਦੀ ਪੰਜਾਬੀ ਕਲਚਰ ਨੂੰ ਉੱਥੇ ਦਿਖਾਇਆ ਤੇ ਆਪਣਾ ਕਹਿੰਦੇ ਧੂਮਾਂ ਪਾਈਆਂ। ਤਾਂ ਇਦਾਂ ਸ਼ੋਅ ਤਾਂ ਚੱਲੀ ਜਾਂਦੇ। ਇੱਕ ਦਿਨ ਦੇ ਵਿੱਚ 2 ਫੰਕਸ਼ਨ ਹੁੰਦੇ, ਚਲੋ 16 ਮੁੰਡੇ ਮੇਰੇ ਨਾਲ ਕੰਮ ਕਰਦੇ ਆ। ਮੈਂ ਕਹਿੰਦਾ ਵੀ ਇਹਨਾਂ ਚਲੋ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਤੇ ਮੈਂ ਵੀ ਇਹਨਾਂ ਦੇ ਨਾਲ ਖੜਾ ਇਹ ਚੀਜ਼ 'ਚ। ਜਿੱਥੋਂ ਤੱਕ ਇਹਨਾਂ ਨੂੰ ਮੇਰੀ ਲੋੜ ਹੋਵੇਗੀ, ਮੈਂ ਇਹਨਾਂ ਦਾ ਸਾਥ ਦੇਵਾਂਗਾ। ਸੋ ਇਹਨਾਂ ਬਿਜ਼ੀ ਹੋਣ ਦੇ ਨਾਲ ਤੁਸੀਂ ਆਪਣੀ ਫੈਮਿਲੀ ਲਈ ਟਾਈਮ ਕਿੱਦਾਂ ਕੱਢਦੇ ਹੋ? ਕਿਵੇਂ ਐਡਜਸਟ ਕਰਦੇ ਹੋ ਸਾਰਾ? ਫੈਮਿਲੀ ਮੈਮ ਇੱਦਾਂ ਕਿ ਦੇਖੋ, ਰਾਤ ਨੂੰ ਅਸੀਂ 3-4 ਵਜੇ ਘਰੋਂ ਨਿਕਲਦੇ ਹਾਂ। ਸਿਆਲਾਂ ਦੇ ਦਿਨ ਹੁੰਦੇ ਆ, ਧੁੰਦ ਬਹੁਤ ਜ਼ਿਆਦਾ ਹੁੰਦੀ ਹੈ, ਗੱਡੀ ਵੀ ਹੌਲੀ ਲੈ ਕੇ ਜਾਣੀ ਪੈਂਦੀ ਆ। ਤਾਂ ਫਿਰ ਜਿੱਦਾਂ ਸ਼ੋਅ ਚੱਲਦਾ, ਪੂਰੇ ਫੁੱਲ ਦਿਨ ਦਾ ਸ਼ੋਅ ਹੁੰਦਾ, ਤਾਂ ਫਿਰ ਰਾਤ ਨੂੰ ਅਸੀਂ 11-12 ਵਜੇ ਘਰੇ ਆਈਦਾ। ਚਲੋ ਮੈਂ ਘਰੇ ਫੋਨ ਲਾ ਦਿੰਦਾ ਕਿ ਬਈ ਪੱਗਾਂ ਨੂੰ ਮਾਵਾ ਲਾ ਕੇ ਰੱਖ ਦਿਓ, ਧੋ ਦਿਓ, ਵਰਦੀ ਡਰਾਈ ਕਲੀਨ ਜਾਂ ਕਿੱਦਾਂ ਵੀ ਹਨਾ ਕਰਨਾ। ਚਲੋ ਅਸੀਂ ਰਾਤ ਨੂੰ ਆ ਕੇ ਬਾਜ਼ਾਰ 'ਚ ਕੂਲੇ ਲਿਆ ਕੇ ਪਹਿਲਾਂ ਜਮ੍ਹਾਂ ਰੱਖਦੇ ਹਾਂ ਕਿ ਰਾਤ ਨੂੰ ਅੱਗ ਨੂੰ ਬਾਲ ਕੇ ਤੇ ਕੂਲਿਆਂ ਤੇ ਮਾਵਾ ਲਾ ਲਾਂਗੇ। ਚਲੋ ਇਦਾਂ ਸਾਡਾ ਟਾਈਮ ਸਪੈਂਡ ਹੋ ਜਾਂਦਾ ਫੈਮਿਲੀ ਨਾਲ। ਤਾਂ ਫਿਰ ਇਦਾਂ ਜਦੋਂ ਰੋਟੀ ਪਾਣੀ ਖਾਈਦਾ, ਘਰੇ ਕਹਿ ਦਈਦਾ ਵੀ ਅੱਜ ਮੁੰਡਿਆਂ ਨੇ ਇੱਥੇ ਰਹਿਣਾ, ਕਿਉਂਕਿ ਮੇਰਾ ਇਹਨਾਂ ਵਾਸਤੇ ਘਰ ਵੱਖਰਾ ਲਿਆ ਵੀ ਹੈ, ਜੋ ਸਾਰੇ ਸਟੇ ਮੇਰੇ ਕੋਲ ਹੀ ਕਰਦੇ ਨੇ। ਸੋ ਮਤਲਬ ਤੁਹਾਡੀ ਫੈਮਿਲੀ ਤੁਹਾਨੂੰ ਬਹੁਤ ਸਪੋਰਟ ਕਰਦੀ ਹੈ ਕਿ ਜੋ ਤੁਹਾਡੇ ਮਤਲਬ ਵਰਦੀ ਵਗੈਰਾ ਉਹੀ ਸਾਰੇ ਧੋਂਦੇ ਆ, ਹੈ ਨਾ? ਹਾਂਜੀ, ਮੈਂ ਫੈਮਿਲੀ ਦੀ ਗੱਲ ਦਾ, ਜਦੋਂ ਮੈਂ ਪਹਿਲਾ ਸ਼ੋਅ ਲਾਇਆ ਸੀ, ਮੈਂ ਬਾਈ ਦਲਜੀਤ ਨਾਲ ਗਿਆ ਸੀ, ਉਹ ਮੁਕਤਸਰ ਜ਼ਿਲ੍ਹੇ ਵਿੱਚ ਸ਼ੋਅ ਸੀਗਾ। ਤਾਂ ਕੁਦਰਤੀ ਗੱਲ ਉਸ ਟਾਈਮ ਮੇਰੇ ਪੈਰਾਂ ਜੁੱਤੀ ਵੀ ਨਹੀਂ ਸੀਗੀ। ਤਾਂ ਮੈਂ ਸ਼ੋਅ ਲਾ ਕੇ ਉਦੋਂ ਕੋਈ ਸਾਜ਼ ਘਰੇ ਭੁੱਲ ਗਏ ਸੀ, ਸਾਜ਼ ਲੈਣਾ ਸੀਗਾ। ਤਾਂ ਮੇਰੇ ਡੈਡੀ ਨੇ ਮੈਨੂੰ ਕਿਹਾ ਸੀ ਆਹ ਕਿਹੜੇ ਕੰਮ 'ਚ ਪਿਆ। ਪਰ ਮੈਂ ਇੱਕ ਦਿਨ ਉਦੋਂ ਇਹ ਗੱਲ ਕਹੀ ਸੀ, ਉਦੋਂ ਨਾ ਸਕੋਰਪੀਓ ਗੱਡੀ ਆਈ ਸੀ। ਮੈਂ ਕਿਹਾ ਨਹੀਂ, ਆਪਾਂ ਆਹ ਗੱਡੀ ਲੈਣੀ। ਕਹਿੰਦਾ ਤੂੰ ਕੰਮ ਸਿੱਖ ਲਾ ਕੋਈ ਇੱਥੇ। ਮੈਂ ਕਿਹਾ ਕੰਮ ਤਾਂ ਨਹੀਂ, ਮੈਂ ਕੰਮ ਤਾਂ ਇਹੀ ਕਰਨਾ, ਕਿਉਂਕਿ ਇੱਕ ਜਨੂਨ ਤੇ ਇੱਕ ਸਕੂਨ ਹੁੰਦਾ ਬੰਦੇ ਨੂੰ। ਜੇ ਜਨੂਨ ਅੰਦਰ ਤਾਂ ਸਭ ਮੰਜ਼ਲਾਂ ਹਾਸਲ ਹੋ ਜਾਂਦੀਆਂ, ਕਿਉਂਕਿ ਜਨੂਨ ਵੀ ਮੈਨੂੰ ਮੇਰੇ ਮੁੰਡਿਆਂ ਕਰਕੇ ਹੀ ਆ ਜੋ ਮੇਰੇ ਨਾਲ ਖੜੇ ਨੇ। ਤਾਂ ਮੈਨੂੰ ਅੱਜ ਸਕੂਨ ਹੈ ਕੰਮ ਦੇ ਵਿੱਚ। ਸੋ ਮਤਲਬ ਸਾਰੀ ਟੀਮ ਨੂੰ ਫੈਮਿਲੀ ਦੀ ਸਪੋਰਟ ਹੈਗੀ ਆ? ਹਾਂਜੀ, ਫੁੱਲ ਸਪੋਰਟ ਆ। ਹੁਣ ਤਾਂ ਕਹਿੰਦੇ ਜੇ ਮੁੰਡੇ ਮੇਰੇ ਘਰੇ ਜਾਂਦੇ ਤਾਂ ਬਿਨਾਂ ਰੱਖੇ ਰਸੋਈ 'ਚ ਹੁੰਦੇ ਆ, ਜੇ ਚਾਹ ਪੀਣੀ ਚਾਹ ਬਣਾ ਲੈਂਦੇ, ਜੇ ਕੁਝ ਖਾਣਾ ਖਾ ਲੈਂਦੇ ਆ। ਬਿਲਕੁਲ ਸਹੀ ਹੈ ਜੀ, ਇਦਾਂ ਹੀ ਮਤਲਬ ਕੋਆਰਡੀਨੇਸ਼ਨ ਦੇ ਨਾਲ ਹੀ ਸਾਰਾ ਕੁਝ ਹੁੰਦਾ ਹੈ। ਸੋ ਬਹੁਤ ਵਧੀਆ ਕੰਮ। ਸੋ ਮਟਰੂ ਜੀ, ਤੁਹਾਡੀ ਫੈਮਿਲੀ ਤੁਹਾਨੂੰ ਪੂਰੀ ਸਪੋਰਟ ਕਰਦੀ ਹੈ ਤੇ ਪੂਰੀ ਟੀਮ ਦੀ ਫੈਮਿਲੀ ਹੀ ਬਹੁਤ ਸਪੋਰਟ ਕਰਦੀ ਹੈ। ਸੋ ਕਈ ਵਾਰੀ ਹੁੰਦਾ ਨਾ ਕਿ ਕੋਈ ਰਿਸ਼ਤੇਦਾਰ ਇਦਾਂ ਦਾ ਹੁੰਦਾ ਹੈ ਕਿ ਜੋ ਕਹਿ ਦਿੰਦਾ ਕਿ ਮੁੰਡਾ ਕਿਹੜੀ ਲਾਈਨ ਦੇ ਵਿੱਚ ਲੱਗਿਆ, ਹੈ ਨਾ? ਤੇ ਕੋਈ ਇਦਾਂ ਦਾ ਕੁਝ ਹੈਗਾ ਹੈ? ਹਾਂਜੀ ਮੈਮ, ਹੁਣ ਤਾਂ ਜਦੋਂ ਚਲੋ ਆਪਾਂ ਕੰਮ ਸਟਾਰਟ ਕਰਦੇ ਹਾਂ, ਪਹਿਲਾਂ ਤਾਂ ਕਿਸੇ ਨੂੰ ਵੀ ਚਲੋ ਜੋ ਵੀਰ ਮੇਰੇ ਇਹ ਪ੍ਰੋਗਰਾਮ ਦੇਖ ਰਹੇ ਨਾ, 100 ਡਾਊਟ ਹੁੰਦੇ ਬੰਦੇ ਦੇ ਮਨ 'ਚ ਕਿ ਬੰਦਾ ਭੰਗੜਾ ਪਾਉਂਦਾ, ਸ਼ਾਇਦ ਪਤਾ ਨਹੀਂ ਕਿੱਦਾਂ ਰਹਿੰਦੇ, ਕਿੱਦਾਂ ਇਹਨਾਂ ਦਾ ਰਹਿਣ ਸਹਿਣ ਆ, ਵੀ ਨਸ਼ੇ ਕਰਦੇ ਹੋਣਗੇ। ਮੈਂ ਪਹਿਲਾਂ ਹੀ ਦੱਸ ਦੇਣਾ ਚਾਹੁੰਦਾ ਕਿ 5 ਉਂਗਲਾਂ ਇੱਕੋ ਇਕਸਾਰ ਨਹੀਂ ਹੁੰਦੀਆਂ। ਚਲੋ ਕੁਝ ਕੁ ਬੰਦੇ ਵਿੱਚ ਮਾੜੇ ਵੀ ਹੁੰਦੇ, ਕੁਝ ਕੁ ਚੰਗੇ ਵੀ ਹੁੰਦੇ, ਪਰ ਜੋ ਚੰਗੇ ਹੁੰਦੇ ਆ ਉਹ ਉਹਨਾਂ ਨੂੰ ਚੰਗਾ ਹੀ ਬਣਾਉਂਦੇ ਆ। ਤਾਂ ਰਿਸ਼ਤੇਦਾਰਾਂ ਦੀ ਗੱਲ, ਚਲੋ ਜਿੱਦਾਂ ਕਿ ਪਹਿਲਾਂ ਮੈਂ ਆਪਦੇ ਜ਼ਿੰਦਗੀ ਦੀ ਸੱਚਾਈ ਆ, ਜਿੱਦਾਂ ਪਹਿਲਾਂ ਸਾਡੇ ਰਿਸ਼ਤੇਦਾਰ ਸੀ, ਕੋਈ ਵੀ ਇੱਦਾਂ ਕਹਿੰਦੇ ਤੁਸੀਂ ਘਰ ਨਹੀਂ ਪਾਇਆ, ਤੁਸੀਂ ਜਗ੍ਹਾ ਨਹੀਂ ਲੈ ਰਹੇ। ਚਲੋ
ਟਾਈਮ ਦੀ ਗੱਲ ਆ, ਕਹਿੰਦੇ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਤੇ ਕਿਸਮਤ ਦਿੱਤਾ, ਜਿਹੜਾ ਕਿਸਮਤ 'ਚੋਂ ਕੁਝ ਕੋਈ ਖੋ ਨਹੀਂ ਸਕਦਾ। ਚਲੋ ਜਿੱਦਾਂ ਵੀ ਅੱਜ ਮਾਹੌਲ ਬਹੁਤ ਵਧੀਆ ਸਾਡੇ ਘਰੇ, ਚਲੋ ਸਭ ਕੁਝ ਆ ਨਾ। ਤਾਂ ਰਿਸ਼ਤੇਦਾਰਾਂ ਦੀ ਗੱਲ ਆ, ਕੁਝ ਕੁ ਬੰਦੇ ਸਾਡੀ ਗਲੀ ਦੇ ਆ ਹਨਾ, ਚਲੋ ਕਹਿੰਦੇ ਮੁੰਡਾ ਭੰਗੜਾ ਪਾਉਂਦਾ, ਇਹਦਾ ਰਿਸ਼ਤਾ ਨਹੀਂ ਹੋਣਾ, ਇਹ ਬਹੁਤ 100 ਸਵਾਲ ਹੁੰਦੇ ਆ ਬੰਦੇ ਦੇ ਮਨ 'ਚ ਕਿ ਚਲੋ ਵੀ ਭੰਗੜੇ ਵਾਲੇ ਸਾਰੇ ਨਸ਼ਾ ਕਰਦੇ ਆ, ਨਸ਼ਾ ਕਰਕੇ ਨੱਚਦੇ, ਇੰਨੀ એનર્ਜੀ ਪਾਵਰ ਕਿੱਥੇ ਹੁੰਦੀ ਆ। ਪਰ ਇਹ ਗੱਲ ਨਹੀਂ ਹੈਗੀ, ਇੱਕ ਜਨੂਨ, ਇੱਕ ਕਲਾ, ਅਸੀਂ ਆਪਦੀ ਕਲਾ ਨਾਲ ਲੋਕਾਂ ਨੂੰ ਖੁਸ਼ ਕਰਕੇ ਉਹਨੇ ਤੇ ਉਹਨਾਂ ਦਾ ਦਿਲ ਜਿੱਤਦੇ ਆ। ਬਿਲਕੁਲ ਸਹੀ ਕਿਹਾ। ਮਤਲਬ ਇਹ ਇਹਨਾਂ ਦੀ ਮਿਹਨਤ ਹੀ ਹੈ ਜੋ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਆਈ ਹੈ ਕਿ ਇਹਨਾਂ ਦੇ ਅੱਜ ਘਰ ਮਤਲਬ 3-3 ਮੰਜ਼ਲੀ ਕੋਠੀਆਂ ਪਾਈਆਂ ਹੋਈਆਂ ਤੇ ਏਸੀ ਗੱਡੀਆਂ ਦੇ ਵਿੱਚ ਘੁੰਮਦੇ ਆ। ਸੋ ਇਹ ਸਾਰਾ ਕੁਝ ਇਹਨਾਂ ਦੀ ਮਿਹਨਤ ਕਰਕੇ ਹੀ ਹੋਇਆ। ਸੋ ਮਟਰੂ ਜੀ, ਮੇਰਾ ਅਗਲਾ ਸਵਾਲ ਇਹ ਹੈ ਕਿ ਜਦੋਂ ਤੁਸੀਂ ਪ੍ਰੋਗਰਾਮ ਤੇ ਜਾਂਦੇ ਹੋ ਤਾਂ ਤੁਹਾਨੂੰ ਕੋਈ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ? ਮਤਲਬ ਤੁਸੀਂ ਕਿੰਨੇ ਵਜੇ ਜਾਂਦੇ ਹੋ ਤੇ ਕੀ ਦਿੱਕਤਾਂ ਤੁਹਾਨੂੰ ਆਉਂਦੀਆਂ? ਹਾਂਜੀ, ਦਿੱਕਤਾਂ ਤਾਂ ਪੂਰੀਆਂ ਆ। ਕਹਿੰਦੇ ਆ ਜੋ ਧੁੰਦ ਪੈਂਦੀ ਆ ਉਹ ਤਾਂ ਸਾਈਕਲ ਤੇ ਜਾਣਾ ਵੀ ਔਖਾ ਹੀ, ਤਾਂ ਫਿਰ ਵੀ ਗੱਡੀਆਂ ਦੇ ਵਿੱਚ ਜਾਣਾ। ਤੁਸੀਂ ਦੇਖ ਲਓ 2-2 ਪ੍ਰੋਗਰਾਮ ਲਾਉਂਦੇ ਆ, ਅੱਗੜ ਪਿੱਛੜ ਗੱਡੀਆਂ ਹੁੰਦੀਆਂ, ਕਿਸੇ ਨੇ ਕਿੱਧਰ ਜਾਣਾ ਤੇ ਕਿਸੇ ਨੇ ਕਿੱਧਰ। 8 ਮੁੰਡਿਆਂ ਦੀ ਜ਼ਿੰਮੇਵਾਰੀ ਤੇ 8 ਦੂਜੇ 16 ਹੋ ਜਾਂਦੇ ਆ। 16 ਦੇ ਘਰਾਂ ਦੀ ਜ਼ਿੰਮੇਵਾਰੀ ਵੀ ਮੇਰੇ ਸਿਰ ਤੇ ਹੁੰਦੀ ਹੈ ਕਿ ਚਲੋ ਕਿਸੇ ਨੂੰ ਕੋਈ ਮਿਸ ਹੈਪਨਿੰਗ ਨਾ ਹੋ ਜਾਏ, ਚਲੋ ਰਾਹ ਜਾਂਦੇ। ਪਰ ਨਹੀਂ, ਕਹਿੰਦੇ ਆ ਗੱਡੀਆਂ ਤਾਂ ਅਸੀਂ ਹੌਲੀ ਆਪ ਹੀ ਡਰਾਈਵ ਕਰਦੇ ਹਾਂ, ਹੌਲੀ ਕਰਦੇ ਹਾਂ, ਪਰ ਧੁੰਦ ਬਹੁਤ ਜ਼ਿਆਦਾ ਹੁੰਦੀ ਆ। ਤਾਂ ਫਿਰ ਵੀ ਇੱਕ ਦਿਲ 'ਚ ਡਰ ਹੁੰਦਾ ਕਿ ਯਾਰ ਕਿਤੇ ਕੁਝ ਹੋ ਨਾ ਜਾਵੇ, ਅਗਲੇ ਦੇ ਘਰੇ ਪਹੁੰਚ। ਅਸੀਂ ਪਰ ਉਹਨਾਂ ਲੋਕਾਂ ਦਾ ਧੰਨਵਾਦ ਕਰਦੇ ਹਾਂ ਜੋ ਸਾਨੂੰ ਪ੍ਰੋਗਰਾਮ ਬੁੱਕ ਕਰਾਉਂਦੇ ਨੇ, ਪਰ ਸਾਡੀ ਉਡੀਕ ਕਰਦੇ ਨੇ ਕਿ ਸਾਨੂੰ ਫੋਨ ਲਾ ਕੇ ਕਹਿੰਦੇ ਨੇ ਵੀਰੇ ਹੌਲੀ ਆਇਓ, ਕਿਤੇ ਕੋਈ ਗੱਲਬਾਤ ਨਾ ਹੋ ਜਾਏ। ਅਸੀਂ ਉਹ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਅੱਛਾ, ਤੇ ਇਹ ਤਾਂ ਹੋ ਗਈ ਵਿਆਹ ਸ਼ਾਦੀਆਂ ਦੀ ਗੱਲ ਹੈ ਨਾ। ਇਹ ਵਿਆਹ ਸ਼ਾਦੀਆਂ ਦਾ ਵੀ ਇੱਕ ਸੀਜ਼ਨ ਹੁੰਦਾ ਹੈ, ਤੇ ਫਿਰ ਗਰਮੀਆਂ ਦੇ ਵਿੱਚ ਤੁਸੀਂ ਕੀ ਕਰਦੇ ਹੋ? ਹਾਂਜੀ, ਗਰਮੀਆਂ ਦੇ ਵਿੱਚ ਸਾਡਾ ਕੰਮ ਚੱਲਦਾ, ਕਹਿ ਦਿੰਦੇ ਆ ਮਹੀਨੇ ਦੇ ਵਿੱਚ 7-8 ਸ਼ੋਅ ਹੁੰਦੇ ਆ। ਸ਼ੋਅ ਤੋਂ ਚਲੋ ਚੰਗੀ ਇਨਕਮ ਹੁੰਦੀ, ਹਰ ਮੁੰਡਾ ਕੋਈ 1200 ਕੋਈ 1300 ਰੁਪਇਆ, ਜਿੱਦਾਂ ਦਾ ਕੰਮ ਆ ਮੁੰਡੇ ਦਾ। ਜਿੱਦਾਂ ਡਰਮਰ ਇੱਕ 2000 ਰੁਪਇਆ ਪ੍ਰਤੀ ਦਿਨ ਦੇ ਤੌਰ ਤੇ ਕੰਮ ਕਰਦਾ। ਬਾਕੀ ਮੇਰੇ ਕੋਲ ਇੱਕ ਨੋਵਾ ਗੱਡੀ ਆ, ਤਾਂ ਜੇ ਮੈਂ ਆਪ ਨਾ ਜਾਵਾਂ, ਮੇਰਾ ਉਹ ਮੁੰਡਾ ਡਰਾਈਵ ਕਰਦਾ ਤੇ ਇੱਕ ਆਹ ਬਈ ਮੇਰਾ ਡਰਾਈਵ ਕਰਦਾ। ਇਹਨਾਂ ਨੂੰ ਮੈਂ ਭੇਜਦਾ, ਚਲੋ ਇਹਨਾਂ ਨੂੰ ਵੀ ਉਹਨਾਂ ਨਾਲ 4 ਪੈਸੇ ਬਣ ਜਾਂਦੇ। ਚਲੋ ਮੈਨੂੰ ਤਾਂ ਗੱਡੀ ਦੇ ਵਿੱਚੋਂ ਬਚ ਹੀ ਜਾਣੇ ਆ, ਚਲੋ 500-400 ਇਹਨਾਂ ਨੂੰ ਬਣ ਜਾਂਦਾ, ਸਾਡੇ ਸਾਰਿਆਂ ਦਾ ਸਰਕਲ ਚੱਲੀ ਜਾਂਦਾ। ਅੱਛਾ, ਇਹ ਤਾਂ ਹੋ ਗਈਆਂ ਫਿਰ ਕੰਮ ਦੀਆਂ ਗੱਲਾਂ। ਤੇ ਹੁਣ ਤੁਸੀਂ ਇਹ ਦੱਸੋ, ਕੋਈ ਇਦਾਂ ਦੀ ਘਟਨਾ ਹੈਗੀ ਹੈ ਜਿਹਨੂੰ ਯਾਦ ਕਰਕੇ ਤੁਸੀਂ ਬਹੁਤ ਖੁਸ਼ ਹੁੰਦੇ ਹੋ, ਕਿ ਜਿਹੜੀ ਤੁਸੀਂ ਕਦੇ ਵੀ ਭੁੱਲ ਨਹੀਂ ਸਕਦੇ? ਹਾਂਜੀ, ਇਦਾਂ ਦੀ ਗੱਲ, ਖੁਸ਼ੀ ਵਾਲੀ ਘਟਨਾ ਤੇ ਇਹੀ ਆ। ਕਹਿੰਦੇ ਆ ਆਹ ਮੁੰਡਾ ਜੀ, ਇਹ ਮੇਰੇ ਨਾਲ ਸਕੂਲ 'ਚ ਮਤਲਬ ਕਿ 8ਵੀਂ ਦੀ ਕਲਾਸ ਵਿੱਚ ਮੇਰੇ ਨਾਲ ਰਲਿਆ ਸੀ। 8ਵੀਂ 'ਚੋਂ ਫੇਲ ਹੋ ਗਿਆ ਸੀਗਾ ਮੁੰਡਾ। ਅਸੀਂ 8ਵੀਂ ਦੇ ਵਿੱਚ ਇਕੱਠੇ ਹੋ ਗਏ। ਤਾਂ ਇਹਨਾਂ ਦੇ ਘਰ ਬਾਲਿਆਂ ਦੀ ਛੱਤ ਹੁੰਦੀ ਸੀ, ਜਿੱਦਾਂ ਕਹਿ ਦੀ ਆਪਾਂ ਛੰਨ ਪਾਉਂਦੇ ਉੱਦਾਂ ਦੀ ਛੱਤ ਸੀਗੀ। ਤਾਂ ਮੈਂ ਇਹਨਾਂ ਦੇ ਘਰੇ ਜਾਣਾ ਸਟਾਰਟ ਕੀਤਾ, ਤਾਂ ਮੈਨੂੰ ਉਹ ਚੀਜ਼ ਦੇ ਕੇ ਫੀਲ, ਘਰ ਤਾਂ ਮੇਰਾ ਵੀ ਤਾਂ ਸਿੰਪਲ ਹੀ ਸੀ, ਪਰ ਮੇਰਾ ਯਾਰ ਦੋਸਤ ਤਾਂ ਮੈਨੂੰ ਫੀਲ ਹੁੰਦਾ ਸੀ ਕਿ ਨਹੀਂ, ਇਹਦਾ ਵੀ ਘਰ ਮੇਰੇ ਵਰਗਾ ਹੋਣਾ ਚਾਹੀਦਾ, ਜਿੱਦਾਂ ਮੈਂ ਸੀਗਾ। ਮੈਂ ਕਹਿੰਦਾ ਮੇਰੇ ਵਰਗਾ ਹੋਣਾ ਚਾਹੀਦਾ। ਲਾਸਟ ਦਿਨ ਅਸੀਂ ਭੰਗੜੇ ਦੀ ਰਿਹਰਸਲ ਦਾ ਬॉयਜ਼ ਸਕੂਲ, ਅਸੀਂ ਜਨਤਾ ਸਕੂਲ ਦੇ ਵਿੱਚ ਰਿਹਰਸਲ ਕਰਨੀ ਸੀਗੀ। ਤਾਂ ਇਹ ਸਾਨੂੰ ਲਾਸਟ ਦਿਨ ਜਵਾਬ ਦੇ ਗਿਆ। ਮੈਂ ਇਹਨੂੰ ਚਲੋ ਜਿੱਦਾਂ ਗਾਲਾਂ ਤਾਂ ਨਹੀਂ ਕਹਿ ਸਕਦੇ, ਚਲੋ ਗਾਲਾਂ ਵੀ ਬੰਦਾ ਉਹੀ ਕੱਢਦਾ ਜਿਹਨੂੰ ਕੋਈ ਪਿਆਰ ਕਰਦਾ ਹੁੰਦਾ। ਤਾਂ ਇਹਨੂੰ ਮੈਂ ਬਹੁਤ ਸਮਝਾਇਆ, ਤੂੰ ਆਹ ਕੰਮ ਸਿੱਖ ਲੈ, ਚੱਲ ਤੂੰ, ਇਹ ਵੈਸੇ ਮੁੰਡਾ ਪਲੰਬਰ ਹੈ ਜੀ, ਚਲੋ ਆਪਦਾ ਵਧੀਆ ਇਨਕਮ ਬਣਾਉਂਦਾ ਹਨਾ। ਪਰ ਇਹ ਕੰਮ ਦੇ ਵਿੱਚ ਜਦੋਂ ਦਾ ਪਿਆ, ਅੱਜ ਇਹ ਮੁੰਡੇ ਨਾਲ ਸਾਰਾ ਘਰ ਕਵਰ ਕਰਕੇ ਲੈਂਟਰ ਤੇ ਪਾਇਆ, ਮੈਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਮੈਂ ਮੇਰੇ ਯਾਰਾਂ ਦੋਸਤਾਂ ਨਾਲ ਖੜਾ। ਇਹੀ ਇੱਕ ਘਟਨਾ ਇਹ ਮੁੰਡੇ ਦੀ ਆ, ਸੁਖਚੈਨ ਸਿੰਘ। ਇਹਦੇ ਵੀ ਮਤਲਬ ਕਿ ਅਸੀਂ ਜੋ ਮੁੰਡੇ ਨਾਲ ਪਹਿਲਾਂ ਜਿਹਨਾਂ ਨੇ ਕੰਮ ਕੀਤਾ ਜਿੱਦਾਂ ਵੀ ਆ, ਪਰ ਇਹ ਇੱਕ ਦਿਨ ਇਹਦੇ ਡੈਡੀ ਤੇ ਮੈਂ ਤੇ ਅਸੀਂ ਇੱਕ ਮੁੰਡਾ ਹੋਰ ਸੀ ਛੱਡਦੇ, ਅਸੀਂ ਕਚਹਿਰੀਆਂ ਦੇ ਵਿੱਚ ਜੱਜ ਸਾਹਿਬ ਦਾ ਪ੍ਰੋਗਰਾਮ ਬੁੱਕ ਕਰਨ ਗਏ ਸੀ ਵਿਆਹ ਦਾ। ਚਲੋ ਇਹਦੇ ਡੈਡੀ ਮੇਰੇ ਨਾਲ ਸੀ। ਮੈਂ ਇਹ ਮੁੰਡੇ ਨੇ ਇਹੀ ਗੱਲ ਕੀ, ਮੈਂ ਕਿ ਤੂੰ ਘਰ ਪਾ, ਕਿ ਲੋਕ ਇਹ ਨਾ ਕਹਿਣ ਤੁਸੀਂ ਨੱਚਦੇ ਸੀ, ਤੁਹਾਡੇ ਨੱਚਣ ਸਾਰ ਤੁਹਾਡੀ ਲੱਤਾਂ ਵੀ ਚਲੀਆਂ ਗਈਆਂ, ਤਾਂ ਗੋਡੇ ਵੀ ਦੁਖਣ ਲੱਗੇ, ਤੁਸੀਂ ਕੁਝ ਬਣਾਇਆ ਨਹੀਂ। ਤਾਂ ਇਹ ਮੁੰਡੇ ਨੇ ਮੇਰੀ ਗੱਲ ਨੂੰ ਫੋਲੋ ਕੀਤਾ। ਮੈਂ ਧੰਨਵਾਦ ਕਰਦਾ ਡੈਡੀ ਦਾ। ਅੱਜ ਇਹਨਾਂ ਦੇ ਘਰੇ ਜਾਂਦੇ ਤਾਂ ਅੱਜ ਇਹ ਲੋਕਾਂ ਨੂੰ ਕਹਿੰਦੇ ਨਹੀਂ ਯਾਰ, ਮਟਰੂ ਨਾਂ ਦਾ ਬੰਦਾ ਇਹਦੇ ਨਾਲ ਹੈ। ਮੈਨੂੰ ਖੁਸ਼ੀ ਹੁੰਦੀ ਹੈ, ਇਦੋਂ ਉੱਤੇ ਮੇਰੇ ਲਈ ਖੁਸ਼ੀ ਕੋਈ ਨਹੀਂ। ਬਿਲਕੁਲ ਸਹੀ ਕਿਹਾ। ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਆਪਣਾ ਹੀ ਨਹੀਂ ਬਲਕਿ ਇਹਨਾਂ ਦਾ ਘਰ ਵੀ ਵਸਾਇਆ। ਸੋ ਇਹ ਤਾਂ ਹੋ ਗਈ ਖੁਸ਼ੀ ਦੀ ਗੱਲ। ਫਿਰ ਕੋਈ ਇਦਾਂ ਦਾ ਗਮੀ ਵਾਲਾ ਪਲ ਵੀ ਜ਼ਰੂਰ ਹੋਊਗਾ ਜਿਹਨੂੰ ਸੋਚ ਕੇ ਤੁਸੀਂ ਮਤਲਬ ਸੈਡ ਹੁੰਦੇ ਹੋਵੋਗੇ? ਹਾਂਜੀ, ਧੁੱਪ ਆ ਤੇ ਛਾਂ ਵੀ ਆ, ਤੁਹਾਨੂੰ ਵੀ ਪਤਾ ਜੇ ਖੁਸ਼ ਆ ਤਾਂ ਦੁੱਖ ਵੀ ਹੁੰਦਾ। ਗਮੀ ਵਾਲਾ ਪੁਆਇੰਟ ਇਹ ਦਿਲ, ਸੱਚੀ ਗੱਲ ਹੈ ਜੀ। ਸਾਡੇ ਘਰ ਕੁਝ ਕੁ ਟਾਈਮ ਪਹਿਲਾਂ ਦੀ ਗੱਲ ਆ, ਜਿਵੇਂ ਜੋ ਮੈਂ ਸਟਾਰਟ ਕੀਤਾ ਉਦੋਂ ਚਲੋ ਮੇਰੇ ਡੈਡੀ ਬਿਮਾਰ ਹੁੰਦੇ ਸੀਗੇ, ਬਹੁਤ ਜ਼ਿਆਦਾ ਬਿਮਾਰ ਰਹੇ। ਸਾਡੇ ਕੋਈ ਆਮਦਨ ਦਾ ਕੋਈ ਜ਼ਰੀਆ ਨਹੀਂ ਸੀ। ਮੇਰਾ ਭਰਾ ਵੀ ਪੜ੍ਹਦਾ ਸੀ, ਮੇਰੀਆਂ ਸਿਸਟਰ ਛੋਟੀਆਂ ਸੀ ਤੇ ਮੈਂ ਵੀ ਪੜ੍ਹਦਾ ਸੀਗਾ ਸਕੂਲ ਟਾਈਮ। ਤਾਂ ਉਦੋਂ ਸਾਡੇ ਲਈ ਚਾਹ ਰੋਟੀ ਬਣਾਉਣ ਲਈ ਪੈਸੇ ਹੈ ਨਹੀਂ। ਸਾਡੇ ਘਰ ਇੱਕ ਤੋਤਾ ਰੱਖਿਆ ਹੁੰਦਾ ਸੀਗਾ ਜੋ ਕਿ ਬੋਲਦਾ ਸੀਗਾ, ਮੇਰੇ ਡੈਡੀ ਨੇ ਪਾਲੇ ਸੀਗੇ, ਉਹ ਸਿਖਾਏ ਸੀਗੇ। ਤਾਂ ਮੇਰੀ ਭੂਆ ਦੀ ਸੱਸ ਜਿਹਨੂੰ ਅਸੀਂ ਦਾਦੀ ਕਹਾਂਗੇ, ਤਾਂ ਉਹ ਦਾਦੀ ਮੇਰੀ ਉਹ ਤੋਤੇ ਨੂੰ ਵੇਚਣ ਲਈ ਇੱਕ ਬੰਦਾ ਘਰੇ ਲੈ ਕੇ ਆਈ ਕਿ ਚਲੋ ਅਸੀਂ ਤੋਤਾ ਵੇਚ ਦਾਂਗੇ ਨਾ। ਚਲੋ ਸਾਨੂੰ, ਅਸੀਂ ਰੱਬ ਵੱਲੋਂ ਕਹਿੰਦੇ ਵੀ ਉਹ ਸਾਨੂੰ 1100 ਰੁਪਏ ਤੋਤਾ ਵੇਚਿਆ। ਸਾਡੇ ਲਈ 11 ਲੱਖ ਵਰਗਾ ਸੀ। ਅਸੀਂ ਉਹ 1100 ਰੁਪਏ ਦਾ ਘਰੇ ਰਾਸ਼ਨ ਪਾਇਆ। ਚਲੋ ਮੇਰੇ ਡੈਡੀ ਬਿਮਾਰ ਸੀਗੇ। ਚਲੋ ਫਿਰ ਮੈਂ ਦੁਕਾਨ ਤੇ ਲੱਗਿਆ, 300 ਰੁਪਿਆ ਸੀ ਮੇਰਾ ਦੁਕਾਨ ਤੇ। ਤਾਂ ਜੋ ਗੇਂਦੇ ਦਾ ਮੁੰਡਾ ਸ਼ਿੰਕਾ ਜੀ, ਉਹਨੇ ਮੇਰੀ ਬਹੁਤ ਸਪੋਰਟ ਕੀਤੀ ਇਹ ਕੰਮ 'ਚ। ਚਲੋ ਮੈਂ ਉਹ ਵੀਰੇ ਦਾ ਕਹਿੰਦੇ ਨੇ ਦਿਲੋਂ ਅਹਿਸਾਨ ਨਹੀਂ ਭੁੱਲ ਸਕਦਾ, ਕਿਉਂਕਿ ਰੱਬ ਤਾਂ ਬੰਦਿਆਂ ਦੇ ਰੂਪ ਵਿੱਚ ਹੀ ਵੱਸਦਾ, ਹੋਰ ਰੱਬ ਤਾਂ ਕਿਤੇ ਵੀ ਹੈ ਨੀਗਾ। ਮੰਦਰਾਂ ਵਿੱਚ ਆਪਾਂ ਮੱਥਾ ਟੇਕ ਕੇ ਆ ਸਕਦੇ ਹਾਂ, ਪਰ ਸਕੂਨ ਇੱਕ ਯਾਰ ਮਿੱਤਰ ਦੇ ਨਾਲ ਮਿਲਦਾ ਜੋ ਕੋਈ ਮੋਢੇ ਤੇ ਹੱਥ ਰੱਖਦਾ। ਇਦੋਂ ਮੇਰੇ ਲਈ ਦੁੱਖਦਾਈ ਘਟਨਾ ਹੋਰ ਕੋਈ ਨਹੀਂ ਸਕਦੀ, ਚਾਹੇ ਅੱਜ ਕੁਝ ਵੀ ਕੋਲੇ ਆ। ਬਿਲਕੁਲ ਸਹੀ ਕਿਹਾ ਦਰਸ਼ਕੋ। ਇਹ ਮਤਲਬ ਇਹ ਉਹ ਮਟਰੂ ਨੇ ਜੋ ਕਿ ਮਿਹਨਤ ਦੇ ਨਾਲ ਇੱਥੋਂ ਤੱਕ ਪਹੁੰਚੇ ਨੇ, ਤੇ ਇਹਨਾਂ ਦੀ ਘਟਨਾ ਸੁਣ ਕੇ ਵਾਕਈ ਪਤਾ ਲੱਗਦਾ ਹੈ ਕਿ ਇਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਕਿ ਇੱਥੋਂ ਤੱਕ ਅੱਜ ਇਹ ਪਹੁੰਚੇ ਨੇ। ਸੋ ਮਟਰੂ ਜੀ, ਮੇਰਾ ਅਗਲਾ ਸਵਾਲ ਇਹ ਹੈ ਕਿ ਜਿੱਦਾਂ ਤੁਸੀਂ ਦੱਸਿਆ ਕਿ ਇਹ ਵੀਰ ਜੀ ਜੋ ਨੇ ਪਲੰਬਰ ਵੀ ਨੇ, ਰਾਈਟ?
ਸੋ ਮਤਲਬ ਤੁਸੀਂ ਸਾਰੀ ਟੀਮ ਸਾਈਡ ਬਿਜ਼ਨਸ ਕੋਈ ਕਰਦੇ ਹੋ ਇਹਦੇ ਸੱਭਿਆਚਾਰ ਤੋਂ ਬਿਨਾਂ? ਹਾਂਜੀ, ਤੁਹਾਨੂੰ ਪਤਾ ਹੁਣ ਅੱਜ ਲੋਕਡਾਊਨ ਆ। ਹਾਂਜੀ। ਚਲੋ ਮੈਂ ਤਾਂ ਝੋਨਾ ਲਾਇਆ ਨਹੀਂ, ਚਲੋ ਮੈਨੂੰ ਦੁੱਖ ਹੁੰਦਾ, ਚਲੋ ਜਿਹੜੇ ਮੇਰੇ ਨਾਲ ਕੰਮ ਕਰਦੇ ਆ, ਚਲੋ ਮੈਂ ਫਿਰ ਵੀ ਉਹਨਾਂ ਨੂੰ ਫੋਨ ਲਾਇਆ ਕਿ ਜਿਨ੍ਹਾਂ ਨੂੰ ਕੋਈ ਪੈਸੇ ਚਾਹੀਦੇ ਮੈਨੂੰ ਦੱਸ ਦਿਓ ਤਾਂ ਮੇਰੇ ਤੋਂ ਲੈ ਸਕਦੇ ਆ। ਚਲੋ ਆਹ ਮੁੰਡੇ ਦਾ ਕੰਮ ਵੀ ਵਧੀਆ ਸੀ। ਆਹ ਮੁੰਡਾ ਵੈਸੇ ਗਾਉਂਦਾ ਬਹੁਤ ਸੋਹਣਾ ਜੀ, ਇਹ ਅੱਛਾ। ਸਟੂਡੀਓ ਟਾਈਮ ਰਿਆਜ਼ ਕਰਦਾ ਬਾਕੀ ਆਪਣੇ ਬਲੈਕ ਸਟੂਡੀਓ। ਮੇਰੇ ਮਣੀ ਦਾ ਜੀ ਜੋ ਦੀਪ ਢੋਲ ਕੀਬੋਰਡ ਪਲੇ ਕਰਦੇ ਨੇ, ਉਹ ਮੁੰਡਾ ਮੇਰੇ ਨਾਲ ਹੀ ਜੂਨੀਅਰ ਆ, ਮੇਰੇ ਨਾਲ ਦੁਕਾਨ ਤੇ ਲੱਗਿਆ ਸੀ ਗੇਂਦੇ ਦੀ ਹੱਟੀ ਤੇ ਮਣੀ ਜੀ। ਤੇ ਆਹ ਮੁੰਡਾ ਜਿਹੜਾ ਸ਼ੈਂਬਰ ਹੈ, ਇਹਦੇ ਵਿੱਚ ਚਲੋ ਝੋਨਾ ਲਾਇਆ ਵਿਚਾਰੇ ਨੇ, ਚਲੋ ਮਿਹਨਤ ਕੀਤੀ ਹੈ, ਚਲੋ 4 ਪੈਸੇ ਬਣੇ। ਆਹ ਮੁੰਡਾ ਵੀ ਵੈਸੇ ਬਹੁਤ ਮਿਹਨਤੀ ਹੈ, ਕੱਪੜੇ ਦਾ ਕੰਮ ਕਰਦਾ। ਇਹ ਪਿੰਡਾਂ 'ਚ ਜਿੱਦਾਂ ਕਿ ਆਪਣੇ ਘੋਲੀਏ ਪਿੰਡ ਵੀ ਹੁੰਦਾ ਵੀ ਸਕੂਲ ਇਹਦੇ ਕੋਲ ਮੋਟਰਸਾਈਕਲ ਉੱਦਾਂ ਕੱਪੜੇ ਦੀ ਡੱਗੀ ਵਾਲਾ ਕੰਮ ਕਰਦਾ। ਤਾਂ ਚੈਨਾ ਜੀ ਇਹ ਸ਼ੈਲਰ 'ਚ ਲੱਗਾ ਅੱਜ ਕੱਲ੍ਹ, ਤਾਂ ਇਹਨੂੰ ਵੀ 8-9 ਹਜ਼ਾਰ ਰੁਪਇਆ ਮਹੀਨਾ ਬਣਦਾ। ਚਲੋ ਮੇਰਾ ਸਰਕਲ, ਇਹ ਮੁੰਡਾ ਏਸੀ ਫਰਿੱਜਾਂ ਦਾ ਕੰਮ ਕਰਦਾ ਜੀ, ਠੀਕ ਹੈ ਜੀ। ਤੇ ਉਹ ਬਾਈ ਵੀ ਵੈਸੇ ਉੱਥੇ ਠੀਕਰੀਵਾਲ ਬਗਦੂ ਵਗੈਰਾ, ਸਰੰਗੀਆਂ ਵਗੈਰਾ, ਕਾਟੋ ਵਗੈਰਾ ਇਹ ਆਪ ਸਾਜ਼ ਬਣਾਉਂਦੇ ਆ ਵੀ ਠੀਕਰੀਵਾਲ। ਤੇ ਬਾਈ ਦਾ ਮਤਲਬ ਕਿ ਬਾਈ ਦੇ ਜੀਜਾ ਜੀ ਨੂੰ ਕੈਨੇਡਾ ਦੇ ਵਿੱਚ ਅੱਜ ਕੱਲ੍ਹ ਬਾਹਰ ਨੇ, ਸਰੰਗੀ ਵਾਦਕ ਨੇ। ਸੋ ਬਿਲਕੁਲ ਸਹੀ ਗਿਆ। ਸੋ ਜਿੱਦਾਂ ਤੁਸੀਂ ਦੱਸਿਆ ਕਿ ਇਹ ਵੀਰ ਜੀ ਵੀ ਗਾਉਂਦੇ ਨੇ ਹਨਾ, ਹਾਂਜੀ, ਹਾਂਜੀ। ਤੇ ਤੁਸੀਂ ਵੀ ਮਤਲਬ ਸਾਰੀ ਟੀਮ ਹੀ ਇੰਨਾ ਵਧੀਆ ਗਾ ਲੈਂਦੇ ਹੋ। ਸੋ ਤੁਸੀਂ ਸੱਭਿਆਚਾਰ ਲਾਈਨ ਦੇ ਕਿਉਂ ਚੁਣਿਆ? ਤੁਸੀਂ ਇਹ ਕਿਉਂ ਨਹੀਂ ਸੋਚਿਆ ਕਿ ਸਿੰਗਿੰਗ ਲਾਈਨ ਦੇ ਵਿੱਚ ਮਤਲਬ ਸਿੰਗਰ ਬਣਿਆ ਜਾਵੇ? ਤੁਸੀਂ ਉਧਰ ਕਿਉਂ ਨਹੀਂ ਗਏ? ਹਾਂਜੀ ਮੈਮ, ਉਹਦੇ ਵਿੱਚ ਵੀ ਕੋਈ ਗੱਲਾਂ ਹੁੰਦੀਆਂ ਨੇ, ਕਿਉਂਕਿ ਜਿਹੜਾ ਪਹਿਲਾ ਟਾਈਮ ਸੀ ਸਾਡੇ ਤੇ, ਕਿਉਂਕਿ ਸਿੰਗਿੰਗ ਤੁਹਾਨੂੰ ਵੀ ਪਤਾ ਅੱਜ ਕੱਲ੍ਹ ਕੋਈ ਵੀ ਟਰੈਕ ਕਰਦੇ ਹਾਂ ਅਸੀਂ, ਉਹ 2-3 ਲੱਖ ਤੋਂ ਤਾਂ ਘੱਟ ਹੈ ਹੀ ਨਹੀਂ, ਕਿਉਂਕਿ ਸਿੱਧੂ ਮੂਸੇਵਾਲੇ ਦਾ ਅੱਜ ਕੱਲ੍ਹ ਸਮਾਂ। ਤੇ ਅਸੀਂ ਤਾਂ ਕੁਝ ਵੀ ਨਹੀਂ, ਅਸੀਂ ਸਿਰਫ ਇੰਨਾ ਕਹਿ ਸਕਦੇ ਮਾਂ ਬੋਲੀ ਸੇਵਾ ਕਰਦੇ ਹਾਂ। ਸਾਨੂੰ ਲੋਕ ਉਂਗਲ ਚੱਕ ਕੇ ਇਹ ਗੱਲ ਨਹੀਂ ਕਹਿ ਸਕਦੇ ਕਿ ਤੁਸੀਂ ਲੱਚਰਤਾ ਗਾ ਰਹੇ ਹੋ, ਤੁਸੀਂ ਕੁੜੀਆਂ ਬੁੜੀਆਂ ਦੇ ਵਿੱਚ ਰਹਿਣਾ ਹੁੰਦਾ, ਤੁਸੀਂ ਉਹ ਜਿਹੀ ਚੀਜ਼ਾਂ ਗਾ ਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ। ਪਰ ਨਹੀਂ, ਅਸੀਂ ਸਾਨੂੰ ਸਕੂਨ ਆ, ਸਕੂਨ ਦੇ ਨਾਲ ਸਾਨੂੰ ਪੈਸੇ ਬਣਦੇ ਆ, ਲੋਕਾਂ ਦੇ ਅੱਗੇ ਨੱਚ ਕੇ ਮਨੋਰੰਜਨ ਕਰਕੇ ਸਾਨੂੰ ਅਸੀਂ ਆਪਦਾ ਢਿੱਡ ਭਰ ਸਕਦੇ ਹਾਂ, ਅਸੀਂ ਆਪਦੇ ਨਿੱਕੇ ਮੋਟੇ ਕਾਰੋਬਾਰ 'ਚੋਂ ਹੀ ਚਲਾ ਸਕਦੇ ਹਾਂ। ਇਸ ਤੋਂ ਉੱਤੇ ਸਾਡੇ ਲਈ ਕੁਛ ਨਹੀਂ ਹੈ। ਓਕੇ। ਸੋ ਫਿਊਚਰ ਦੇ ਵਿੱਚ ਤੁਹਾਡੀ ਅੱਗੇ ਕੀ ਪਲੈਨਿੰਗ ਹੈ? ਇਸੇ ਲਾਈਨ ਦੇ ਵਿੱਚ ਤੁਸੀਂ ਅੱਗੇ ਕੰਟੀਨਿਊ ਕਰੋਗੇ ਜਾਂ ਫਿਰ ਕੋਈ ਹੋਰ ਕੰਮ ਕਰੋਗੇ? ਦੇਖੋ ਜੀ, ਮੈਂ ਆਹ ਕੰਮ ਤਾਂ ਛੱਡ ਨਹੀਂ ਸਕਦਾ। ਕਹਿੰਦੇ ਆ ਬਲੱਡ ਦੇ ਵਿੱਚ ਇਹ ਕੰਮ ਜਿਹਦੇ ਵਿੱਚ ਪੈ ਗਿਆ, ਜੋ ਬਲੱਡ ਆ, ਆਪਾਂ ਖੂਨ ਤੋਂ ਬਿਨਾਂ ਤਾਂ ਰਹਿ ਨਹੀਂ ਸਕਦੇ। ਜੇ ਖੂਨ ਹੀ ਹੈ ਨਹੀਂ ਤਾਂ ਆਪਾਂ ਮਰ ਜਾਾਂਗੇ। ਤਾਂ ਇਹ ਕੰਮ ਮੈਂ ਛੱਡ ਨਹੀਂ ਸਕਦਾ। ਮੈਂ ਤਾਂ ਇਹਨਾਂ ਮੁੰਡਿਆਂ ਨੂੰ ਕਹਿੰਦਾ ਤੁਸੀਂ ਕੰਮ ਸਿੱਖੋ ਕੋਈ, ਇਹ ਕੰਮ ਤਾਂ ਆਪਣਾ ਚੱਲੀ ਜਾਣਾ। ਚਲੋ ਪੈਰ ਤਾਂ ਜਿੱਥੇ ਲੱਗ ਗਿਆ, ਪਰ ਅਸੀਂ ਇਹ ਕੰਮ ਨਹੀਂ ਹੋਰ ਅੱਗੇ ਲੈ ਜਾਣਾ ਚਾਹੁੰਦੇ ਹਾਂ ਇਹਦੇ ਨਾਲ ਹੀ। ਬਹੁਤ ਵਧੀਆ ਕੰਮ ਹੈ ਜੀ ਇਹ ਤੁਹਾਡਾ। ਸੋ ਜਿੱਦਾਂ ਮਟਰੂ ਜੀ ਤੁਸੀਂ ਹੁਣੇ ਕਿਹਾ ਕਿ ਲੋਕਡਾਊਨ ਦੇ ਚੱਲ ਰਿਹਾ ਸੀ ਹੈ ਨਾ, ਤੇ ਲੋਕਡਾਊਨ ਦੇ ਵਿੱਚ ਤੁਹਾਨੂੰ ਕੋਈ ਸਰਕਾਰ ਵੱਲੋਂ ਜਾਂ ਕੋਈ ਸੰਸਥਾ ਵੱਲੋਂ ਕੋਈ ਹੈਲਪ ਆਈ ਹੈ? ਨਹੀਂ, ਲੋਕਡਾਊਨ ਦੇ ਵਿੱਚ ਚੱਲਦੇ ਸਾਨੂੰ ਕੋਈ ਹੈਲਪ ਨਹੀਂ ਆਈ ਕਿਸੇ ਦੀ। ਚਲੋ ਅਸੀਂ ਤਾਂ ਸਰਕਾਰ ਅੱਗੇ ਇਹੀ ਰਿਕੁਐਸਟ ਕਰ ਸਕਦੇ ਕਿ ਸਾਡੇ ਕੰਮ ਨੂੰ, ਚਲੋ ਪੈਲਸ ਜੋ ਜਿਹੜੇ ਵੱਡੇ ਪੈਲਸ ਖੋਲ੍ਹੀ ਬੈਠੇ ਨੇ, ਜਿਨ੍ਹਾਂ ਕਰੋੜਾਂ ਰੁਪਈਆ ਪੈਲਸਾਂ ਲੱਗੇ, ਉਹਨਾਂ ਨੂੰ 200 ਕੁ ਬੰਦੇ ਦੀ ਮਨਜ਼ੂਰੀ ਤਾਂ ਦੇਣੀ ਚਾਹੀਦੀ। ਜਦੋਂ ਅੱਜ ਕੱਲ੍ਹ ਬੱਸਾਂ ਚੱਲ ਰਹੀਆਂ ਉਹਦੇ ਵਿੱਚ 35-40% ਬੰਦੇ ਪਾਸ ਨੇ। ਚਲੋ ਪੈਲਸ ਤਾਂ ਫਿਰ ਵੀ 3-4 ਕਿੱਲਿਆਂ ਦੇ ਵਿੱਚ ਹੁੰਦਾ, ਉਹਦੇ ਵਿੱਚ ਤਾਂ ਲੋਕਾਂ ਨੇ ਫਿਰ ਵੀ ਆਪਦਾ ਗੈਪ ਮੇਨਟੇਨ ਰੱਖਣਾ ਜਿੱਦਾਂ ਮਰਜ਼ੀ ਆ। ਪਰ ਅਸੀਂ ਤਾਂ ਇਹੀ ਕਹਿ ਸਕਦੇ ਕਿ ਸਾਡੇ ਚਲੋ ਕੰਮ ਨੂੰ ਤਾਂ ਤੁਸੀਂ ਪਹਿਲਾਂ ਵੀ ਦੇਖਣਾ, ਧਰਨਾ ਲੱਗਿਆ ਸੀ ਮੋਗੇ, ਉਹਦੇ ਵਿੱਚ ਜੋ ਵੀ ਸਾਜੀ ਕਰਿੰਦੇ ਬੰਦੇ ਸੀਗੇ ਉਹਨਾਂ ਨੇ ਕਿਹਾ ਸੀ ਕਿ ਕੁੜੀਆਂ ਕੰਮ ਕਰਦੀਆਂ, ਕੁੜੀਆਂ ਦਾ ਸਰਕਲ ਇਹੀ ਆ, ਵਿਚਾਰੀਆਂ ਸਟੇਜਾਂ ਤੇ ਨੱਚ ਕੇ ਆਪਦੇ ਬੱਚਿਆਂ ਨੂੰ ਪਾਲਦੀਆਂ, ਆਪਦੀ ਫੈਮਿਲੀ ਨੂੰ ਪਾਲਦੀਆਂ। ਤਾਂ ਸਾਡਾ ਕੰਮ ਵੀ ਇਹੀ, ਅਸੀਂ ਵੀ ਜੋ ਵੀ ਅਸੀਂ ਕੰਮ ਕਰਦੇ ਉਹ ਇਹ ਕਿੱਤੇ ਵਿੱਚੋਂ ਹੀ ਆਪਦਾ ਪੈਸਾ ਕੱਢਣਾ ਹੁੰਦਾ, ਜੋ ਵੀ ਕੰਮ ਕਰਨਾ ਸੀ ਇਹਦੇ ਵਿੱਚੋਂ ਹੀ ਕਰਨਾ ਹੁੰਦਾ। ਤਾਂ ਅਸੀਂ ਤਾਂ ਇਹੀ ਕਹਿ ਸਕਦੇ ਕਿ ਚਲੋ ਉਸ ਕੰਮ ਨੂੰ ਹੌਲੀ ਹੌਲੀ ਠੀਕ ਢੰਗ ਨਾਲ ਚਲਾਇਆ ਜਾ ਸਕੇ। ਬਾਕੀ ਹੈਲਪ ਤਾਂ ਕੋਈ ਨਹੀਂ ਸਾਡੀ। ਹੈਲਪ ਬਿਲਕੁਲ ਨਹੀਂ ਹੈ, ਪਰ ਫਿਰ ਵੀ ਇਹ ਸੱਭਿਆਚਾਰ ਦੇ ਨਾਲ ਦੇਸ਼ ਦੀ ਸੇਵਾ ਕਰਦੇ ਨੇ। ਜਿੱਦਾਂ ਆਰਮੀ ਵਾਲਿਆਂ ਨੂੰ ਵੀ ਹੈ ਕਹਿੰਦੇ ਨੇ ਕਿ ਉਹ ਦੇਸ਼ ਦੀ ਸੇਵਾ ਕਰਦੇ ਆ ਤੇ ਉਹਨਾਂ ਨੂੰ ਮਤਲਬ ਹੈਲਪ ਦਿੱਤੀ ਜਾਂਦੀ ਆ। ਸੋ ਮੇਰੀ ਰਿਕੁਐਸਟ ਇਹ ਹੈ ਕਿ ਜੋ ਵੀ ਸੰਸਥਾ ਜਾਂ ਸਰਕਾਰ ਇਹਨਾਂ ਨੂੰ ਹੈਲਪ ਕਰਨਾ ਚਾਹੁੰਦੇ ਆ ਕਿ ਤੇ ਉਹ ਜ਼ਰੂਰ ਕਰਨ, ਕਿਉਂਕਿ ਇਹ ਵੀ ਸੱਭਿਆਚਾਰ ਦੇ ਨਾਲ ਹੀ ਦੇਸ਼ ਨੂੰ ਬਹੁਤ ਹੀ ਅੱਗੇ ਤੱਕ ਲੈ ਕੇ ਜਾ ਰਹੇ ਨੇ, ਹੈ ਨਾ। ਹਾਂਜੀ, ਇਹ ਤਾਂ ਹੈ। ਬਾਕੀ ਜਿੱਦਾਂ ਮੈਂ ਕਹਿਣਾ ਚਾਹੁੰਦਾ, ਜਿੱਦਾਂ ਕਿ ਰਾਖਵੇਂ ਕੋਟੇ ਹੁੰਦੇ ਆ, ਜਿੱਦਾਂ ਕਿ ਸਪੋਰਟਸ ਕੋਟਾ ਹੋ ਗਿਆ, ਚਲੋ ਆਰਮੀ ਵਾਲੇ ਹੋ ਗਏ, ਇਹਨਾਂ ਨੂੰ ਚਲੋ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਨੌਕਰੀਆਂ ਦਿੱਤੀਆਂ ਜਾਂਦੀਆਂ। ਇੱਕ ਕਲਚਰ ਕੋਟਾ ਵੀ ਇੱਦਾਂ ਦਾ ਹੋਣਾ ਚਾਹੀਦਾ, ਜਿੱਦਾਂ ਕਈ ਬੱਚੇ ਹੈ ਨਾ, ਕੋਈ ਸਾਜ਼ ਪਲੇ ਕਰਦਾ, ਕੋਈ ਚੰਗੇ ਮਜੀਸ਼ੀਅਨ ਆ, ਉਹਨਾਂ ਨੂੰ ਵੀ ਇਹਦੇ ਵਿੱਚ ਕੋਈ ਨਾ ਕੋਈ ਜੌਬ ਪ੍ਰੋਵਾਈਡ ਹੋਣੀ ਚਾਹੀਦੀ। ਚਲੋ ਇਨਕਮ ਥੋੜੀ ਹੋਵੇ, ਪਰ ਉਹਨਾਂ ਨੂੰ ਇਹ ਹੋਣਾ ਚਾਹੀਦਾ ਕਿ ਅਸੀਂ ਇਹ ਕਲਾ ਸਿੱਖੀ ਆ, ਸਾਨੂੰ ਇਹਦੇ ਨਾਲ ਕੋਈ ਜੌਬ ਦੀ ਜਾਂ ਕੋਈ ਉੱਦਾਂ ਦੀ ਆਫਰ ਦੀ ਜਾਂ ਪਲੇਸਮੈਂਟ ਦੀ, ਚਲੋ ਕੋਈ ਵੀ ਹੋਣਾ ਚਾਹੀਦਾ, ਇੱਦਾਂ ਦਾ ਕੋਟਾ ਜ਼ਰੂਰ ਹੋਣਾ ਚਾਹੀਦਾ। ਹਾਂਜੀ, ਬਿਲਕੁਲ ਸਹੀ ਕਿਹਾ। ਸੋ ਮਟਰੂ ਜੀ, ਹੁਣ ਤੁਹਾਡੀ ਅਸੀਂ ਵੀਡੀਓਜ਼ ਤਾਂ ਦੇਖਦੇ ਹੀ ਹਾਂ, ਤੁਹਾਨੂੰ ਸੁਣਦੇ ਵੀ ਹਾਂ, ਤੇ ਪਰ ਅਸੀਂ ਅੱਜ ਲਾਈਵ ਤੁਹਾਨੂੰ ਸੁਣਨਾ ਚਾਹੁੰਦੇ ਹਾਂ। ਇੱਕ ਦੋ ਬੋਲੀਆਂ ਹੋ ਜਾਣ। ਹਾਂਜੀ ਹਾਂਜੀ, ਜ਼ਰੂਰ ਮੈਮ, ਜ਼ਰੂਰ ਆ ਦਿਓ ਬਹੁਤ ਸਾਥ ਹੀ ਰੱਖਿਓ ਉਸਕੇ। Hey!
ਰਲ ਜਾ ਤੇ ਵੱਜਣੇ ਵੇਖੋ ਦੁਨੀਆ ਸਾਰੀ ਮੇਲਾ ਮੁਕਤਸਰ ਦਾ ਲੱਗਦਾ ਜੱਗ ਤੋਂ ਪਾਰੀ ਮੇਲਾ ਮੁਕਤਸਰ ਦਾ ਲੱਗਦਾ ਜੱਗ ਤੋਂ ਪਾਰੀ ਮੇਲਾ ਮੁਕਤਸਰ ਦਾ ਲੱਗਦਾ ਜੱਗ ਤੋਂ ਪਾਰੀ ਮੇਲਾ ਮੁਕਤਸਰ ਦਾ ਉਹ ਲੱਗਦਾ ਜੱਗ ਤੋਂ ਪਾਰੀ ਮੇਲਾ ਮੁਕਤਸਰ ਦਾ ਮੇਲਣ ਵਿੱਚ ਗਿੱਧੇ ਤੇ ਲੰਮੀ ਮਾਰੀ ਉਡਾਰੀ ਵੀ ਪਰੀਆਂ ਵਰਗਾ ਰੂਪ ਨਾਲ ਵੀ ਪਰੀਆਂ ਵਰਗਾ ਰੂਪ ਨਾਲ ਤਾਂ ਜੌਂਸੁਰਮੇ ਦੀ ਧਾਰੀ ਜੋਬਨ ਮੈਂ ਕਰਿਆ ਚੌਕੇ ਸਿਰ ਦੀ ਕਾਰੀ 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 ਜੋਬਨ ਮੈਂ ਕਰਿਆ ਕੋਣਾ ਵੀ ਇਹ ਛਾਵਾ क्या बात है जी, वाह जी वाह, मज़ा आ गया। मतलब मेरा भी नच्चन ਨੂੰ ਦਿਲ ਕਰ ਰਿਹਾ ਹੈ, ਇੰਨਾ ਸੋਹਣਾ ਤੁਸੀਂ ਗਾਉਂਦੇ ਹੋ। ਸੋ ਤੁਸੀਂ ਤਾਂ ਇੱਕਦਮ ਰੰਗ ਹੀ ਬੰਨ ਦਿੰਦੇ ਹੋ, ਹੈ ਨਾ? ਹਾਂਜੀ, ਪੰਜਾਬੀ ਰੰਗ ਆ ਜੀ, ਇਦਾਂ ਹੀ ਹੁੰਦਾ। ਤਾਂ ਇੱਕ ਬੋਲੀ ਮੈਂ ਟਿਕਟੌਕ ਤੇ ਲਿਖੀ ਸੀ, ਜਿੱਦਾਂ ਤੁਹਾਨੂੰ ਪਤਾ ਟਿਕਟੌਕ ਬੈਨ ਹੋ ਗਈ ਆ। ਚਲੋ ਕੁਝ ਵੀ ਹੋਇਆ, ਚਲੋ ਆਪਣੇ ਸ਼ਹੀਦੀ ਪਾਈ ਲੋਕਾਂ ਨੇ ਜਾਂ ਫੌਜੀ ਵੀਰਾਂ ਨੇ ਮੇਰਿਆਂ ਨੇ ਸ਼ਹੀਦੀ ਪਾਈ ਆ, ਤਾਂ ਸਰਕਾਰ ਨੇ ਚਲੋ ਬੈਨ ਕਰਤੀ ਆ। ਵੈਸੇ ਵੀ ਇਹ ਮਾਹੌਲ ਥੋੜਾ ਜਿਹਾ ਉਦਾਂ ਦਾ ਹੋ ਗਿਆ ਸੀਗਾ ਕਿ ਲੋਕ ਸਾਰੇ ਹੀ ਵਿਹਲੇ, ਜੋ ਵੀ ਵੀਡੀਓ ਕਿਤੇ ਖੜੇ ਹੁੰਦੇ ਸੀ ਤਾਂ ਵੀਡੀਓ ਟਿਕਟੌਕ ਤੇ ਬਣਦੀ, ਤਾਂ ਮੈਂ ਇੱਕ ਟਿਕਟੌਕ ਤੇ ਬੋਲੀ ਲਿਖੀ ਸੀ। ਕੁਝ ਕੁ ਬੋਲੀ ਮੈਂ ਆਪ ਹੀ ਰਾਈਟ ਕਰਦਾ, ਤਾਂ ਮੈਂ ਸੁਣਾ। ਉਹ ਨਵੀਂ ਬਿਮਾਰੀ ਚੱਲੀ ਦੋਸਤੋ ਟਿਕਟੌਕ ਤੇ ਪੰਗੇ ਪਈ, ਟੈਲੈਂਟ ਦੇ ਨਾਲ ਭਰੀ ਹੈ ਦੁਨੀਆ, ਉਹ ਟੈਲੈਂਟ ਦੇ ਨਾਲ ਭਰੀ ਹੈ ਦੁਨੀਆ, ਕੋਈ ਨਾ ਮੂਰੇ ਖੰਗੇ ਪਈ। ਚੀਨ ਵਾਲਿਆਂ ਨੇ ਐਪ ਬਣਾਈ, ਉਹ ਚੀਨ ਵਾਲਿਆਂ ਨੇ ਐਪ ਬਣਾਈ, ਕੀਤੀ ਪੂਰੀ ਕਮਾਈ ਪਈ, ਸਾਡੇ ਲੋਕਾਂ ਨੇ ਐਪ ਚਲਾਈ। ਰੋ ਦੇਣ ਦੁਹਾਈ ਪਈ, ਉਮਰ ਤੇ ਸ਼ਰਮਾ ਭੁੱਲ ਕੇ ਹਾਣੀਓ, ਉਹ ਜਾਂਦੇ ਮਜੇ ਉਡਾਈ ਪਈ, ਮਟਰੂ ਬੈਠਾ ਜੋੜੇ ਬੋਲੀਆਂ, ਉਹ ਤੁਹਾਨੂੰ ਜਾਂਦਾ ਸੁਣਾਈ ਚੰਦਰੀ ਟਿਕਟੌਕ ਨੇ ਰਾਤਾਂ ਦੀ ਨੀਂਦ ਗਵਾਈ, 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 ਚੰਦਰੀ ਟਿਕਟੌਕ ਨੇ ਥੋੜਾ ਵੀ ਇਹ क्या बात है जी, टिकटॉक ਤਾਂ ਬੈਨ ਹੋ ਗਈ ਹੈ, ਪਰ ਤੁਹਾਡਾ ਜਿਹੜਾ ਰੰਗ ਹੈ ਨਾ, ਇਹ ਹਮੇਸ਼ਾ ਕਾਇਮ ਰਹਿਣ ਵਾਲਾ ਹੈ। ਹਾਂਜੀ, ਬਹੁਤ ਮਾਲਕ ਸੋਹਣਾ ਕਹਿੰਦੇ ਤੁਸੀਂ ਇਦਾਂ ਹੀ ਕਾਇਮ ਰੱਖੇ, ਸਾਨੂੰ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੇ ਕਰਕੇ ਰੱਖੇ, ਤਾਂ ਅਸੀਂ ਲੋਕਾਂ ਦੇ ਦਿਲ ਵਿੱਚ ਜਗ੍ਹਾ ਬਣਾ ਸਕੀਏ ਤੇ ਅਸੀਂ ਆਪਦੇ ਕੰਮ ਨੂੰ ਬਹੁਤ ਦੂਰ ਤੱਕ ਲਿਜਾ ਸਕੀਏ। ਸੋ ਮਟਰੂ ਜੀ, ਜਿੱਦਾਂ ਕਿ ਹੁਣ ਤੁਸੀਂ ਬੋਲੀ ਸੁਣਾਈ ਟਿਕਟੌਕ ਵਾਲੀ, ਤਾਂ ਫਿਰ ਮਤਲਬ ਤੁਸੀਂ ਸਾਰੀਆਂ ਬੋਲੀਆਂ ਆਪ ਹੀ ਲਿਖਦੇ ਹੋ ਜਾਂ ਫਿਰ ਪੁਰਾਣੀਆਂ ਬੋਲੀਆਂ ਹੁੰਦੀਆਂ? ਹਾਂਜੀ, ਫ੍ਰੀ ਟਾਈਮ ਜਿੱਦਾਂ ਮੈਂ ਰਾਤ ਨੂੰ, ਚਲੋ ਕੋਈ ਵੀ ਸ਼ਾਇਰ ਕੁਝ ਲਿਖਦਾ, ਉਹ ਕਹਿੰਦੇ ਇੱਕ ਨਿਵੇਕਲਾ ਅੰਗ ਹੁੰਦਾ, ਜਿੱਥੇ ਆਪਾਂ ਕਿਤੇ ਉੱਚੀ ਥਾਂ ਖੜੇ ਆ, ਜਿੱਦਾਂ ਇਕੱਲੇ ਹੋਈਏ, ਮਹਿਸੂਸ ਇਕੱਲਾ ਕਰੀਏ, ਤਾਂ ਕੁਝ ਕੁ ਗੱਲਾਂ ਮਨ ਦੇ ਵਿੱਚ ਆਉਂਦੀਆਂ ਜੋ ਬੋਲੀਆਂ ਦਾ ਰੂਪ ਧਾਰ ਲੈਂਦੀਆਂ। ਪਰ ਮੈਂ ਗਾਣੇ ਤਾਂ ਨਹੀਂ ਲਿਖ ਸਕਦਾ, ਕਿਉਂਕਿ ਉਹ 'ਚ ਬਹੁਤ ਸਾਰੇ ਬੰਦਸ਼ਾਂ ਆਉਂਦੀਆਂ। ਮੈਂ ਖੁੱਲ੍ਹਾ ਮੈਟਰ ਲਿਖ ਸਕਦਾ, ਮੈਂ ਬੋਲੀਆਂ ਕੁਝ ਕੁ ਆਪਦੇ ਜੋ ਡਾਇਰੀ ਲੱਗੀ ਹੈ ਮੇਰੀ, ਉਹ 'ਤੇ ਮੈਂ ਬਹੁਤ ਸਾਰੀਆਂ, ਜਿੱਦਾਂ ਊੜੇ ਆੜੇ ਦੀਆਂ ਸਾਰੀਆਂ ਬੋਲੀਆਂ ਮੇਰੀਆਂ ਲਿਖੀਆਂ ਵੀ ਆ, 35 ਅੱਖਰ। ਤਾਂ ਇੱਦਾਂ ਮੈਂ ਜੋ ਨਾਨਕਾ ਪਰਿਵਾਰ, ਦਾਦਕਾ ਪਰਿਵਾਰ ਦੀਆਂ ਬੋਲੀਆਂ, ਜਿੱਦਾਂ ਕਿ ਉਹ ਮੈਂ ਤੁਹਾਨੂੰ ਇੱਕ ਬੋਲੀ ਸੁਣਾ, ਜਿੱਦਾਂ ਕਹਿੰਦੇ ਲੋਕ ਸਾਨੂੰ ਫਰਮਾਇਸ਼ ਕਰਦੇ ਕਿਉਂਕਿ ਮਾਸੀ ਦੇ ਬੋਲੀ ਮਾਮੀ, ਤੇ ਤਾਂ ਇੱਦਾਂ ਮੈਂ ਤੁਹਾਨੂੰ ਮਾਮੀ ਤੇ ਬੋਲੀ ਸੁਣਾ। ਉਹ ਮਾਮੀ ਮੇਰੀ ਬੜੀ ਸ਼ਕੀਨਣ, ਸੁਰਖੀ ਬਿੰਦੀ ਲਾਉਂਦੀ ਪਈ, ਕੋਲਗੇਟ ਦਾ ਕਰਦੀ ਪੇਸਟ, ਉਹ ਕੋਲਗੇਟ ਦਾ ਕਰਦੀ ਪੇਸਟ, ਪੀਅਰ ਸੋਪ ਨਾਲ ਨਹਾਉਂਦੀ ਵਿੱਚ ਦਰਵਾਜ਼ੇ ਦੇ, ਰੰਗਲਾ ਚਰਖਾ ਡਾਉਂਦੀ ਵਿੱਚ ਦਰਵਾਜ਼ੇ